ਅੱਜ ਆਪਾਂ ਇੰਝ ਕਰਦੇ ਹਾਂ जी ਇੱਕ ਸਾਡੀ ਕਮਿਊਨਿਟੀ ਦੀ ਬਹੁਤ ਹੀ ਰਿਸਪੈਕਟਡ ਸ਼ਖਸੀਅਤ जी ਐਜੂਕੇਟਰ ਥਿੰਕਰ ਜਿਨ੍ਹਾਂ ਦਾ ਦਿਲੋਂ ਸਿੱਖੀ ਨਾਲ ਦਿਲੋਂ ਪਿਆਰ ਹੈ। जी ਇੱਕ बिल्कुल ਤਾਂ ਹੁੰਦਾ ਨਾ ਬਾਹਰੀ ਸਿੱਖ ਹੁੰਦੇ ਨੇ, ਉਹ ਅਸਲ ਦੇ ਵਿੱਚ ਦਿਲੋਂ ਅੰਦਰੂਨੀ ਤੌਰ ਤੇ ਮਾਪਿਆਂ ਨੂੰ ਚਾਹ ਹੁੰਦਾ ਹੈ ਕਿ ਮੇਰਾ ਪੁੱਤ ਪੜ੍ਹ ਰਿਹਾ ਹੈ, जी ਇਹਨੂੰ ਵਕੀਲ ਬਣਾਵਾਂ, ਡਾਕਟਰ ਬਣਾਵਾਂ, ਇੰਜੀਨੀਅਰ ਬਣਾਵਾਂ ਜਾਂ ਫਿਰ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਪਾਵਾਂ। हम्म, ਬੜਾ ਚਾਹ ਹੁੰਦਾ ਹੈ। जी बिल्कुल ਪਰ ਇਸ ਸ਼ਖਸੀਅਤ ਤੇ ਮਾਪਿਆਂ ਨੇ ਕਸਰ ਕੋਈ ਨਹੀਂ ਛੱਡੀ। ਐਰੋਸਪੇਸ ਦੇ ਵਿੱਚ ਇੰਜੀਨੀਅਰਿੰਗ ਕਰਾਈ, ਮੈਨੇਜਮੈਂਟ ਦੇ ਵਿੱਚ ਮਾਸਟਰ ਕਰਵਾਈ, ਇੰਡੀਆ ਭੇਜ ਕੇ PhD ਕਰਾਈ ਸਿੱਖੀਜ਼ਮ ਦੇ ਉੱਤੇ, ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਮਾਫ ਕਰਨਾ MPhil ਕਰਵਾਈ। जी ਪਰ ਨੌਕਰੀਆਂ ਦੀ ਥਾਂ ਦੇ ਉੱਤੇ ਇੱਕ ਬੜੇ ਵਧੀਆ ਐਜੂਕੇਟਰ ਥਿੰਕਰ ਇਸ ਵੇਲੇ ਸਾਡੀ ਕਮਿਊਨਿਟੀ ਦੇ ਵਿੱਚ ਨੇ। ਅਮਰੀਕਾ ਦੇ ਵਿੱਚ ਪਹਿਲਾਂ ਇਹਨਾਂ ਨੇ ਸਿੱਖ ਰਿਸਰਚ ਇੰਸਟੀਚਿਊਟ, ਉਹਦੇ ਵਿੱਚ ਰਹਿ ਕੇ ਇਹਨਾਂ ਨੇ ਜਿਹੜੇ ਜਿਹੜੇ ਪ੍ਰੋਜੈਕਟ ਆਰੰਭੇ, जी ਪੰਜਾਬੀ ਦਾ ਕੁਰਿਕੂਲਮ ਵਰਲਡ ਵਾਈਡ ਇੱਕ ਇਹੋ ਜਿਹਾ ਬਣਾਇਆ। जी ਬੜੀ ਵੱਡੀ ਇੱਕ ਸੋਚ ਸੀ ਤਾਂ ਜੋ ਸਾਡੇ ਬੱਚੇ ਕਿਸੇ ਮੁਲਕ ਤੋਂ ਦੂਸਰੇ ਮੁਲਕ ਜਾਂਦੇ ਆ, ਕੁਰਿਕੂਲਮ ਇੱਕੋ ਹੋਣਾ ਚਾਹੀਦਾ ਹੈ। ਉਹ ਬਹੁਤ ਸਕੂਲਾਂ ਦੇ ਵਿੱਚ ਵਰਲਡ ਵਾਈਡ, जी ਭਾਵੇਂ ਸਾਡੇ ਸਕੂਲਾਂ ਦੀ ਕੁਝ ਮਜਬੂਰੀ, ਕੁਝ ਨਹੀਂ ਵੀ ਕਰ ਸਕੇ, ਪਰ ਬਹੁਤਿਆਂ ਨੇ ਕੀਤਾ ਹੈ। जी बिल्कुल ਨਾਲ ਦੀ ਨਾਲ ਉਸ ਤੋਂ ਬਾਅਦ ਇਹਨਾਂ ਨੇ ਇੱਕ ਆਰੰਭਿਆ ਕਾਰਜ, ਉਹ ਸੀ ਫ੍ਰੀ ਅਕਾਲ ਤਖਤ, जी ਇੱਕ ਮੂਵਮੈਂਟ ਚਲਾਈ। हम्म, ਪੰਜਾਬ ਡਿਜੀਟਲ ਲਾਇਬ੍ਰੇਰੀ ਆ ਜਿਹੜੀ ਚੰਡੀਗੜ੍ਹ ਦੇ ਵਿੱਚ ਇਸ ਵੇਲੇ, ਉਹ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਫਾਊਂਡਰ ਤੇ ਥਿੰਕਰ, ਜਿਹਦੇ ਵਿੱਚ ਦਿਮਾਗ ਸੀ ਉਹਨਾਂ ਦਾ, ਉਹ ਸ਼ਖਸੀਅਤ ਸਾਡੇ ਨਾਲ ਅੱਜ ਸ਼ਾਮਲ ਹੋ ਰਹੇ ਨੇ। ਸਰਦਾਰ ਹਰਿੰਦਰ ਸਿੰਘ, ਜਿਨ੍ਹਾਂ ਨੂੰ ਟੈਕਸਸ ਕਰਕੇ ਜਾਣਿਆ ਜਾਂਦਾ, ਭਾਵੇਂ ਅੱਜ ਈਸਟ ਕੋਸਟ ਦੇ ਵਿੱਚ ਨੇ। ਸਰਦਾਰ ਹਰਿੰਦਰ ਸਿੰਘ, ਉਹਨਾਂ ਨਾਲ ਗੱਲਬਾਤ ਕਰਦੇ ਆ, ਜਿਹੜੇ ਸਿੱਖਰੀ ਦੇ ਫਾਊਂਡਰ ਮੈਂਬਰ ਨੇ ਜੀ। ਉਹਨਾਂ ਨਾਲ ਗੱਲਬਾਤ ਕਰਦੇ ਆ। ਸਰਦਾਰ ਹਰਿੰਦਰ ਸਿੰਘ ਜੀ, ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਖਬਰਸਾਰ ਬਿਹਾਈਂਡ ਦਾ ਨਿਊਜ਼ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋ, ਤੁਹਾਡਾ ਦਿਲ ਦੀਆਂ ਗਹਿਰਾਈਆਂ 'ਚੋਂ ਸਵਾਗਤ ਹੈ ਜੀ। सत श्री अकाल जी ਤੁਹਾਨੂੰ ਗੁਰੂ ਫਤਿਹ ਜੀ। जी ਸਰਦਾਰ ਹਰਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਆਪਾਂ ਸਿੱਧਾ ਹੀ ਚੱਲੀਏ ਅਮਰੀਕਾ ਦੀ ਰਾਜਨੀਤੀ ਤੇ। ਮੇਰਾ ਖਿਆਲ ਹੈ ਵੀ ਪਹਿਲੀ ਵਾਰੀ ਹੋ ਰਿਹਾ ਹੈ ਇੰਨੇ ਲੰਮੇ 2 ਸਦੀਆਂ ਤੋਂ ਵੱਧ ਦੇ ਇਤਿਹਾਸ ਦੇ ਵਿੱਚ ਕਿ ਕਿਸੇ ਰਾਸ਼ਟਰਪਤੀ ਨੂੰ ਸੈਕੰਡ ਟਾਈਮ ਇੰਪੀਚ ਕੀਤਾ ਜਾਵੇ। ਕਿਹੋ ਜਿਹੀ ਸਥਿਤੀ ਹੈ ਜੀ, ਕੀ ਕੁਝ ਬਣ ਰਿਹਾ ਹੈ? 20 ਤਰੀਕ ਨੂੰ ਪਾਵਰ ਟ੍ਰਾਂਸਫਰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਤੁਹਾਨੂੰ? जी ਇਹ ਸਵਾਲ ਜੀ ਪੂਰੀ ਦੁਨੀਆ ਦੇ ਲੀਡਿੰਗ ਥਿੰਕਰਸ ਤੇ ਗਵਰਨਮੈਂਟਸ ਤੇ ਡਿਪਲੋਮੈਟਸ ਤੇ ਸੋਸ਼ਲ ਸਾਇੰਟਿਸਟ ਸਾਰੇ ਇਹਦੇ ਬਾਰੇ ਵਿਚਾਰ ਰਹੇ ਨੇ ਜੀ। ਦੇਖੋ, 2 ਗੱਲਾਂ ਤਾਂ ਬਿਲਕੁਲ ਕਲੀਅਰ ਨੇ ਕਿ ਇੱਕ ਦਿਨ ਦੇ ਵਿੱਚ ਇਸ ਦਾ ਇੰਪੀਚਮੈਂਟ ਕਰਨਾ, ਕਿਉਂਕਿ ਕਾਂਗਰਸ ਨਾ US ਪੋਲਿਟਿਕਸ ਦੇ ਵਿੱਚ ਸਿਰਫ ਕਾਂਗਰਸ ਹੀ ਕੁਝ ਕਰ ਸਕਦੀ ਆ ਰਾਸ਼ਟਰਪਤੀ ਦੇ ਬਾਰੇ। ਤੇ ਕਾਂਗਰਸ ਦੇ ਇੱਥੇ 2 ਹਾਊਸਸ ਨੇ, ਇੱਕ ਹਾਊਸ ਆਫ ਰੈਪਰੈਜ਼ੈਂਟੇਟਿਵ ਆ ਤੇ ਇੱਕ ਸੈਨੇਟ ਆ। ਤੇ ਹਾਊਸ ਆਫ ਰੈਪਰੈਜ਼ੈਂਟੇਟਿਵ ਪਹਿਲਾ ਕੰਮ ਕਰਦੀ ਆ ਕਿ ਕਿਹੜੀਆਂ ਬੁਰਾਈਆਂ ਕਰਕੇ ਇੱਕ ਟ੍ਰਾਇਲ ਖੜੀ ਕੀਤੀ ਹੈ ਨਾ, ਜਿਹਨੂੰ ਅਸੀਂ ਇੰਪੀਚਮੈਂਟ ਕਹਿ ਰਹੇ ਹਾਂ। ਸੋ ਇਹ ਪਹਿਲੀ ਵਾਰ ਐਬਸੋਲੂਟਲੀ ਹੋਇਆ ਕਿ ਹਾਊਸ ਆਫ ਰੈਪਰੈਜ਼ੈਂਟੇਟਿਵਸ ਨੇ ਇੰਪੀਚ ਕਰਤਾ, ਕਿਉਂਕਿ ਇਸ ਤੋਂ ਵੱਧ ਉਹ ਕੁਝ ਕਰ ਨਹੀਂ ਸਕਦੇ ਜੀ। ਹੁਣ ਜਿਹੜਾ ਸੈਨੇਟ ਹੈਗਾ, ਉਹਦੇ ਉੱਤੇ ਹੁੰਦਾ ਕਿ ਬਈ ਇਹਦੇ ਉੱਤੇ ਹੁਣ ਇਹਦੀ ਸੈਂਟੈਂਸਿੰਗ ਕੀ ਕਰਨੀ ਹੈ, ਕਿ ਉਸ ਇੰਪੀਚਮੈਂਟ ਨੂੰ ਕਨਵਿਕਸ਼ਨ ਵਿੱਚ ਤਬਦੀਲ ਕਰਨਾ, ਰਿਮੂਵਲ ਕਰਨੀ ਕਿ ਨਹੀਂ, ਉਹ ਸੈਨੇਟ ਤੇ ਹੁੰਦਾ। ਕਿਉਂਕਿ US ਪੋਲਿਟਿਕਸ ਇਸ ਵੇਲੇ ਪਿਛਲੇ ਇਲੈਕਸ਼ਨ ਤੋਂ ਅਗਲਾ ਇਲੈਕਸ਼ਨ ਦੇ ਜਿਹੜੇ ਟ੍ਰਾਂਸਫਰ ਹੋਣੀਆਂ, ਸਿਰਫ ਰਾਸ਼ਟਰਪਤੀ ਦੀ ਨਹੀਂ ਹੋਣੀ, ਹਾਊਸ ਆਫ ਰੈਪਰੈਜ਼ੈਂਟੇਟਿਵਸ ਤਾਂ ਡੈਮੋਕ੍ਰੈਟਸ ਕੋਲ ਹੀ ਰਹੂਗੀ, ਬਟ ਸੈਨੇਟ ਵੀ ਡੈਮੋਕ੍ਰੈਟਸ ਕੋਲ ਜਾ ਰਹੀ ਆ। ਇਸ ਕਰਕੇ ਜਿਹੜਾ ਇਹ ਡੈਡ ਪੀਰੀਅਡ ਆ ਨਾ, ਇਹਦੇ ਵਿੱਚ 25th ਅਮੈਂਡਮੈਂਟ ਨੂੰ ਇਨਵੋਕ ਕਰਨਾ ਆ, ਨਹੀਂ ਰਿਮੂਵ ਕਰਨ ਲਈ ਡੋਨਲਡ ਟਰੰਪ ਨੂੰ ਹਾਊਸ ਸਿਰਫ ਇਹੀ ਕਰ ਸਕਦੀ ਸੀ। ਬਾਕੀ ਚੀਜ਼ਾਂ ਜਾਂ ਸੈਨੇਟ ਕਰ ਸਕਦੀ ਆ ਜਾਂ ਵਾਈਸ ਪ੍ਰੈਜ਼ੀਡੈਂਟ ਤੇ ਉਹਨਾਂ ਦੀ ਕੈਬਨਿਟ ਦੇ ਮੈਜੋਰਿਟੀ ਮੈਂਬਰਸ ਦੇ ਨਾਲ ਤਾਂ ਕਰ ਸਕਦੇ ਨੇ। ਸੋ ਦਿਸ ਇਜ਼ ਅ ਵੈਰੀ ਫਰਸਟ ਇਨ US ਪੋਲਿਟਿਕਸ ਕਿ ਜਿੱਥੇ ਸਿਟਿੰਗ ਪ੍ਰੈਜ਼ੀਡੈਂਟ ਨੂੰ ਸੈਕੰਡ ਵਾਰ ਇੰਪੀਚ ਕੀਤਾ ਗਿਆ ਹੋਵੇ, ਕਿਉਂਕਿ ਇਹ ਇਨਸਰੈਕਸ਼ਨ ਹੋਈ ਆ, ਕਿਉਂਕਿ ਇਹ ਦੇਸ਼ ਦਰੋਹੀ ਦੇ ਇਲਜ਼ਾਮ, ਜਿਹਨੂੰ ਅਸੀਂ ਕਹਿ ਦਿੰਦੇ ਆ ਟ੍ਰੀਜ਼ਨ ਦੇ ਇਲਜ਼ਾਮਾਂ ਵਿੱਚ ਆਈ ਆ, ਵਾਇਲੈਂਸ ਪ੍ਰੋਡਿਊਸ ਕਰਾਈ ਗਈ ਆ, ਸਿਟਿੰਗ ਗਵਰਨਮੈਂਟ ਦੇ ਅਗੇਂਸਟ ਖਿਲਾਫ ਗਈ ਆ। ਇਸ ਤੋਂ ਬਾਅਦ ਇੱਥੇ ਇੱਕ ਇੰਟਰਸਟਿੰਗ ਗੱਲ ਹੋਰ ਕਰ ਲਈਏ ਕਿ ਇਸ ਇੰਪੀਚਮੈਂਟ ਦੇ ਵਿੱਚ 10 ਰਿਪਬਲਿਕਨਸ ਨੇ ਵੀ ਵੋਟ ਪਾਇਆ। ਜੀ, ਪਿਛਲੀ ਇੰਪੀਚਮੈਂਟ ਹੋਈ ਸੀ ਉੱਥੇ ਇੱਕ ਵੀ ਰਿਪਬਲਿਕਨ ਨੇ ਵੋਟ ਨਹੀਂ ਪਾਇਆ ਸੀ ਜੀ। ਲੇਕਿਨ 197 ਰਿਪਬਲਿਕਨ, ਆਲਮੋਸਟ 200 ਰਿਪਬਲਿਕਨਸ ਨੇ ਮਨਾ ਕੀਤਾ ਕਿ ਨਾ ਕਰੋ। ਹੁਣ ਅਸਲੀ ਸਵਾਲ ਤਾਂ ਇਹ ਹੈ ਕਿ ਜਿਹੜੇ ਉਹ 197 ਨੇ, ਉਹਨਾਂ ਚੋਂ ਕਿੰਨੇ ਹੁਣ ਵੀ ਡੋਨਲਡ ਟਰੰਪ ਤੋਂ ਡਰਦੇ ਨੇ
ਜਾਂ ਕਿੰਨੇ ਕੁ ਨੇ ਜਿਹੜੇ ਉਹਦੇ ਨਾਲ ਇਸ ਕੰਮ ਵਿੱਚ ਸ਼ਾਮਲ ਨੇ, ਕਿਉਂਕਿ ਇਹਦਾ ਐਵੀਡੈਂਸ ਵੀ ਪ੍ਰੋਡਿਊਸ ਹੋਣਾ ਸ਼ੁਰੂ ਹੋ ਗਿਆ। ਸੋ ਚਲੋ ਇਹ ਜਿਹੜੀ ਹੁਣ ਹਾਊਸ ਹੈਗਾ ਤੇ ਸੈਨੇਟ ਹੈਗੀ ਤੇ ਵਾਈਸ ਪ੍ਰੈਜ਼ੀਡੈਂਟ ਆ, ਇਹ ਉਹਨਾਂ ਦੇ ਵਿਚਾੜੇ ਆ। 20 ਤਰੀਕ ਤੋਂ ਬਾਅਦ ਹੋ ਸਕਦਾ ਇਹਦੇ ਵਿੱਚ ਲਾਸੂਟਸ ਵੀ ਆਉਣ, ਉਸ ਤੋਂ ਪਹਿਲਾਂ ਵੀ ਆ ਸਕਦੇ ਨੇ। ਤੇ ਇੱਕ ਬੜਾ ਇੰਟਰਸਟਿੰਗ ਟਾਈਮ ਚੱਲ ਰਿਹਾ, ਬੜੇ ਇੰਟਰਸਟਿੰਗ ਟਾਈਮ ਪੂਰੀ ਦੁਨੀਆ 'ਚ ਹੀ ਚੱਲ ਰਿਹਾ। ਜਿਹੜੀ ਵੀ ਆਲਟ ਰਾਈਟ ਪੋਲਿਟਿਕਸ ਆ, ਜਿਹੜੀ ਪੋਪੂਲਿਜ਼ਮ ਪੋਲਿਟਿਕਸ ਆ, ਇਹ ਅਮਰੀਕਾ 'ਚ ਹੋ ਗਈ, ਇੰਡੀਆ 'ਚ ਚੱਲ ਰਹੀ ਆ, ਟਰਕੀ 'ਚ ਚੱਲ ਰਹੀ ਆ, ਰਸ਼ੀਆ 'ਚ ਚੱਲ ਰਹੀ ਆ। ਕਈ ਕੰਟਰੀਆਂ ਵਿੱਚ ਇਹ ਮਾਹੌਲ ਬਣਿਆ ਹੋਇਆ ਜਿੱਥੇ ਇਹੋ ਜਿਹੇ ਆਊਟਕਮਸ ਆਉਣ ਦੀਆਂ ਵੀ ਸੰਭਾਵਨਾਵਾਂ ਨੇ। 20,000 ਦੇ ਲਾਗੇ ਤਾਗੇ ਨੈਸ਼ਨਲ ਗਾਰਡ ਕੈਪੀਟਲ ਹਿੱਲ ਦੇ ਅੰਦਰਲੇ ਪਾਸੇ ਲੰਮੇ ਪਏ ਨੇ, ਜਿਵੇਂ ਬਾਹਰਲੇ ਮੁਲਕ ਤੋਂ ਕਿਤੇ ਹਮਲਾ ਹੋਣਾ ਹੁੰਦਾ ਹੈ। ਇਹ ਪਹਿਲਾਂ ਵੀ ਕਦੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਹੋਇਆ ਪਾਵਰ ਟ੍ਰਾਂਸਫਰ ਮੌਕੇ? ਦੇਖੋ ਜੀ, ਜਿਹੜਾ ਇਹ ਅਟੈਕ ਦੂਸਰੀ ਵਾਰ ਹੋਇਆ, ਪਹਿਲੀ ਵਾਰ 1812 ਚ ਹੋਇਆ ਸੀਗਾ ਇੰਗਲੈਂਡ ਦੇ ਵੱਲੋਂ। ਉਹ ਇੱਕ ਫੋਰਨ ਐਨੀਮੀ ਵੱਲੋਂ ਹੋਇਆ ਸੀ, ਡੋਮੈਸਟਿਕ ਐਨੀਮੀ ਵੱਲੋਂ ਪਹਿਲੀ ਵਾਰ ਹੋਇਆ। ਬਲਕਿ ਇੰਟਰਸਟਿੰਗ ਫਿਗਰ ਤਾਂ ਇਹ ਆ ਕਿ ਇਸ ਵੇਲੇ ਜਿੰਨੀ ਟਰੂਪਸ ਯੂਐਸ ਕੈਪੀਟਲ ਦੇ ਵਿੱਚ ਬੈਠੇ ਨੇ, ਉਹ ਅਫਗਾਨਿਸਤਾਨ ਦੇ ਵਿੱਚ ਉਸ ਤੋਂ ਘੱਟ ਨੇ। ਇੱਥੋਂ ਅੰਦਾਜ਼ਾ ਲਾਓ ਕਿ ਕਿੰਨਾ ਕੁ ਮਾਹੌਲ ਵਿਗੜਿਆ ਹੋਇਆ, ਕਿੰਨੇ ਇੱਕ ਸਿਕਿਉਰਿਟੀ ਕ੍ਰਾਈਸਿਸ ਆ, ਕਿੰਨੇ ਕੁ ਇਹਦੇ ਵਿੱਚ ਟ੍ਰੀਜ਼ਨ ਤੇ ਉਸ ਕਿਸਮ ਦੇ ਇਸ਼ੂਜ਼ ਚੱਲ ਰਹੇ ਨੇ, ਤੇ ਕਿੰਨਾ ਵੱਡਾ ਇਹ ਕਨਸਟੀਟਿਊਸ਼ਨਲ ਕ੍ਰਾਈਸਿਸ ਬਣਨ ਦੀ ਪੂਰੀ ਸੰਭਾਵਨਾ ਬਣੀ ਹੋਈ ਆ। ਜੀ ਤੇ ਜਦੋਂ ਹੁਣ ਅਸੀਂ ਗੱਲ ਕੀਤੀ ਹੈ ਅਮਰੀਕਾ ਵਰਗੇ ਮੁਲਕ ਦੀ, ਜਿਹਨੂੰ ਸੁਪਰ ਪਾਵਰ ਮੁਲਕ ਮੰਨਿਆ ਜਾਂਦਾ, ਤੇ ਦੂਜੇ ਪਾਸੇ ਅਸੀਂ ਭਾਰਤ ਦੀ ਗੱਲ ਕਰਦੇ ਹਾਂ, ਤੇ ਭਾਰਤ ਦੇ ਵਿੱਚ ਵੀ ਹੁਣ ਜੋ ਸਾਡੇ ਕਿਸਾਨਾਂ ਦੇ ਨਾਲ ਹੋ ਰਿਹਾ, ਹਰ ਵਰਗ ਦਾ ਇਨਸਾਨ ਸੜਕਾਂ ਤੇ ਆ ਕੇ ਬੈਠਾ ਆਪਣੇ ਹੱਕਾਂ ਲਈ, ਪਰ ਉੱਥੇ ਵੀ ਕਿਸੇ ਗੱਲ ਦਾ ਕੋਈ ਹੱਲ ਨਹੀਂ ਹੋ ਰਿਹਾ। ਸੋ ਅਸੀਂ ਇੱਧਰ ਵੱਲ ਨੂੰ ਹੁਣ ਜਾਂਦੇ ਹਾਂ। ਸੋ ਕਿਸਾਨ ਅੰਦੋਲਨ ਦੀ ਗੱਲ ਕਰਦੇ ਹਾਂ। ਸੋ ਤੁਹਾਡੇ ਤੋਂ ਜਾਣਨਾ ਚਾਹਾਂਗੇ, ਕਿਉਂਕਿ ਤੁਸੀਂ ਇਸ ਗੱਲ ਨੂੰ ਬੜਾ ਚੰਗਿਓ ਲਾਗਿਓ ਹੋ ਕੇ ਦੇਖਿਆ ਆ ਕਿ ਕਿਸਾਨ ਅੰਦੋਲਨ ਦੇ ਵਿੱਚ ਹੁਣ ਤੱਕ ਇੰਨੀਆਂ ਮੀਟਿੰਗਸ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ। ਸੋ ਤੁਸੀਂ ਕੀ ਸੋਚਦੇ ਹੋ ਇਸ ਅੰਦੋਲਨ ਦੇ ਬਾਰੇ? ਜ਼ਰੂਰ ਜੀ, ਦੇਖੋ ਪਹਿਲੀ ਕੁਝ ਫੈਕਟਸ ਨੇ ਜਿਨ੍ਹਾਂ ਦੇ ਬਾਰੇ ਕੋਈ ਦੋ ਰਾਵਾ ਨਹੀਂ ਆ, ਆਪਾਂ ਉੱਥੋਂ ਗੱਲ ਸ਼ੁਰੂ ਕਰੀਏ। ਜੀ ਬਿਲਕੁਲ। ਪਹਿਲੀ ਗੱਲ ਕਿ ਇਹ ਕਿਸਾਨਾਂ ਦਾ ਵੀ ਅੰਦੋਲਨ ਆ, ਇਹਦੇ ਵਿੱਚ ਸਿੱਖਾਂ ਦਾ ਵੀ ਰੋਲ ਆ, ਇਹਦੇ ਵਿੱਚ ਪੰਜਾਬੀਆਂ ਦਾ ਵੀ ਰੋਲ ਆ, ਟੂ ਮੇਕ ਦਿਸ ਹੋਲ ਥਿੰਗ ਇਨਟੂ ਟੂ ਥਿੰਗਸ। ਪਹਿਲੀ ਗੱਲ ਤਾਂ ਬੜੀ ਕਲੀਅਰ ਹੈ ਕਿ ਜਿਹੜੀਆਂ ਫਾਰਮ ਬਿਲਸ ਨੇ, ਉਹ ਇੱਕ ਆਪੋਜੀਸ਼ਨ ਉਹਨਾਂ ਨੂੰ ਰਿਪੀਲ ਕਰਨ ਲਈ ਹੋ ਰਿਹਾ। ਜਿਹੜੀ ਦੂਸਰੀ ਗੱਲ ਬਹੁਤ ਵੱਡੀ ਆ, ਜਿਹੜੀ ਕਿ 1947 ਤੋਂ ਜੋ ਚਾਹੁੰਦੇ ਸੀ ਕਰਨਾ ਤੇ ਹੁਣ ਤੱਕ ਨਹੀਂ ਕਰ ਪਾ ਰਹੇ ਸੀ, ਇਹ ਪਹਿਲੀ ਵਾਰ ਇਹ ਪੋਸੀਬਿਲਿਟੀ ਬਣੀ ਆ ਕਿ ਇੱਕ ਪੈਨ ਇੰਡੀਅਨ, ਮਤਲਬ ਨੈਸ਼ਨਲ ਲੈਵਲ ਤੇ ਇੰਡੀਆ ਦੇ ਵਿੱਚ ਕੋਈ ਰੀਅਲ ਨੇਸ਼ਨ ਬਿਲਡਿੰਗ ਹੋ ਸਕੇ, ਕੋਈ ਰੀਅਲ ਆਪੋਜੀਸ਼ਨ ਅਦਰ ਦੈਨ ਜਿਹੜੀ ਨਹਿਰੂਵੀਅਨ ਪੋਲਿਟਿਕਸ ਕਹਿੰਦੇ ਸੀ ਤੇ ਬੀਜੇਪੀ ਤੋਂ ਬਾਹਰ ਆ ਕੇ ਬਣਨ ਦੀ ਸੰਭਾਵਨਾ ਹੋਵੇ। ਮਤਲਬ ਕਿ ਥਰਡ ਫਰੰਟ ਦੀ ਪਹਿਲੀ ਮੇਜਰ ਪੋਸੀਬਿਲਿਟੀ ਵੀ ਬਣਨੀ ਸ਼ੁਰੂ ਹੋ ਰਹੀ ਆ। ਸੋ ਇਹ ਇੱਕ ਫਾਰਮ ਬਿਲਸ ਦੇ ਬਾਰੇ ਨਹੀਂ ਹੈ ਇਕੱਲਾ, ਹਾਲਾਂਕਿ ਡਾਇਰੈਕਟਲੀ ਉਹਦੇ ਬਾਰੇ ਆ, ਬੜੇ ਪਹਿਲੀ ਵਾਰ ਇੱਕ ਨੈਸ਼ਨਲ ਕੰਸੋਲੀਡੇਸ਼ਨ ਹੋਈ ਆ, ਨੇਸ਼ਨ ਬਿਲਡਿੰਗ ਹੋਣ ਦੇ ਚਾਂਸਸ ਹੋਏ ਨੇ ਕਿ ਜਿਹੜੀ ਰੀਜਨਲਿਜ਼ਮ ਤੋਂ ਬਾਹਰ ਆ ਕੇ, ਕਾਂਗਰਸ ਤੇ ਬੀਜੇਪੀ ਤੋਂ ਬਾਹਰ ਆ ਕੇ ਇੱਕ ਥਰਡ ਫਰੰਟ ਦੀ ਸੰਭਾਵਨਾ ਨੂੰ ਵੀ ਬਣਾ ਰਹੀ ਆ। ਇਹ ਬਹੁਤ ਦੋ ਆਲਰੇਡੀ ਵੱਡੇ ਅਚੀਵਮੈਂਟ ਹੋ ਚੁੱਕੇ ਨੇ। ਇਸ ਤੋਂ ਗਾਹਾਂ ਦੀਆਂ ਗੱਲਾਂ ਆਪਾਂ ਕਰ ਸਕਦੇ ਹਾਂ। ਕਈ ਵਾਰ ਨਾ ਅਸੀਂ ਛੋਟੀਆਂ ਗੱਲਾਂ 'ਚ ਫਸ ਜਾਂਦੇ ਹਾਂ ਕਿ ਭਾਈ ਇਹਦਾ ਕੀ ਸਟੇਟਮੈਂਟ ਸੀ, ਦੀਪ ਸਿੱਧੂ ਨੇ ਅੱਜ ਕੀ ਕਹਿਤਾ, ਲੱਖੇ ਸਿਧਾਣੇ ਨੇ ਅੱਜ ਕੀ ਕਹਿਤਾ, ਉਹ ਜਿਹੜੀਆਂ 12 ਯੂਨੀਅਨ ਦੇ ਮੈਂਬਰ ਨੇ ਉਹਨੇ ਕੀ ਕਹਿਤਾ, ਅੱਜ ਕੈਪਟਨ ਨੇ ਕੀ ਕਿਹਾ, ਬਾਦਲ ਨੇ ਕੀ ਕਿਹਾ। ਉਹ ਗੱਲਾਂ ਠੀਕ ਨੇ ਆਪਣੇ ਆਪ ਵਿੱਚ, ਉਹ ਡੇਟਾ ਪੁਆਇੰਟਸ ਬਹੁਤ ਇੰਪੋਰਟੈਂਟ ਨੇ, ਬਟ ਇਹਦਾ ਆਲਰੇਡੀ ਇੱਕ ਇੰਪੈਕਟ ਦੇਖੋ, ਕਿੰਨਾ ਵੱਡਾ ਇੰਪੈਕਟ ਆਲਰੇਡੀ ਡਿਲੀਵਰ ਹੋ ਚੁੱਕਿਆ। ਸੋ ਦੈਟਸ ਵਨ ਥਿੰਗ ਟੂ ਕੀਪ ਇਨ ਮਾਈਂਡ। ਸੈਕੰਡ ਮੇਜਰ ਥਿੰਗ ਆਈ ਵੁੱਡ ਲਾਈਕ ਟੂ ਐਡ ਹੇਅਰ ਇਜ਼ ਕਿ ਜਿਹੜੀ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਮੈਂ ਨਾਂ ਲਏ ਨੇ, ਉਸ ਤੋਂ ਕਿਤੇ ਇਲਾਵਾ ਗਾਇਕਾਰ ਦੇ ਵਿੱਚ ਸ਼ਾਮਲ ਨੇ, ਕਿਤੇ ਇਸ ਤੋਂ ਇਲਾਵਾ ਜ਼ਿਆਦਾ ਸਿੱਖ ਲੈਵਲ ਤੇ ਲੈਫਟ ਦੇ ਲੈਵਲ ਤੋਂ ਚੀਜ਼ਾਂ ਸ਼ਾਮਲ ਨੇ, ਬੰਦਿਆਂ ਤੇ ਜਨਾਨੀਆਂ ਦੇ ਲੈਵਲ ਤੋਂ ਇਹ ਚੀਜ਼ਾਂ ਸ਼ਾਮਲ ਨੇ। ਇਹਦੇ ਵਿੱਚ ਜਿਹੜੀ ਪੰਜਾਬ ਦੀ ਨੈਕਸਟ ਲੀਡਰਸ਼ਿਪ ਨੇ ਨਿਕਲਣਾ, ਉਹਦੀਆਂ ਸਾਨੂੰ ਫੋਰਸ਼ੈਡੋਇੰਗ ਮਿਲ ਰਹੀਆਂ, ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਕਿਉਂਕਿ ਹੁਣ ਤੱਕ ਪੰਜਾਬ ਦੀ ਲੀਡਰ ਵੀ ਇੱਕ ਨੈਪੋਟਿਜ਼ਮ ਚੋਂ ਹੀ ਪੈਦਾ ਹੋਈ ਹੈ, ਜਿਵੇਂ ਭਾਰਤ ਦੀ ਪੈਦਾ ਹੋ ਰਹੀ ਹੈ ਕਿ ਜਿਹਦੇ ਮਾਂ-ਪਿਓ ਵੱਡੇ ਸਰਦਾਰ ਸੀ ਤੇ ਜਿਹੜੇ ਪੋਲੀਟੀਸ਼ੀਅਨ ਬਣ ਗਏ ਤੇ ਚੌਧਰੀ ਬਣ ਗਏ ਜਿਹਨੂੰ ਕਹਿੰਦੇ ਆ, ਉਹਨਾਂ ਦੇ ਨਿਆਣੇ ਵੀ ਅੱਗੇ ਆਈ ਜਾਂਦੇ ਸੀ, ਭਾਵੇਂ ਉਹ ਐਸਟੈਬਲਿਸ਼ਮੈਂਟ ਪੋਲੀਟੀਸ਼ੀਅਨ ਸੀ ਤੇ ਭਾਵੇਂ ਉਹ ਆਲਟਰਨੇਟਿਵ ਨੇ, ਇਨਕਲੂਡਿੰਗ ਜਿਵੇਂ ਸਿਮਰਨਜੀਤ ਸਿੰਘ ਮਾਨ ਹੋਣੀ ਨੇ ਜਾਂ ਹੋਰਾਂ ਨੇ। ਕਹਿਣ ਦਾ ਭਾਵ ਜਿਹੜੇ ਵੀ ਲੈਵਲ ਦੇ ਪੋਲੀਟਿਕ, ਹੁਣ ਸਾਡੇ ਕੋਲ ਇੱਕ ਨਵੀਂ ਸੰਭਾਵਨਾ ਆ ਰਹੀ ਹੈ ਕਿ ਕਿਹੜੇ ਨਵੇਂ ਐਮਐਲਏਜ਼ ਵੀ ਬਣ ਸਕਦੇ ਨੇ। ਇਵੈਂਚੁਅਲੀ ਦੇਖੋ ਚੇਂਜਸ ਆਉਂਦੇ ਨੇ ਜਦ ਤੁਸੀਂ ਗਵਰਨਮੈਂਟ ਨੂੰ ਕੈਪਚਰ ਕਰਦੇ ਹੋ ਤੇ ਉਹਦੇ ਵਿੱਚ ਰਿਲੇਟਿਵਲੀ ਬੈਟਰ ਲਾਜ਼ ਨੂੰ ਪਾਸ ਕਰਦੇ ਹੋ। ਸੋ ਮੈਨੂੰ ਜਿਹੜੀ ਬਹੁਤ ਵੱਡੀ ਪੰਜਾਬ ਦੇ ਲਈ ਇੱਕ ਖੂਬਸੂਰਤ ਜੀ ਚੀਜ਼ ਜਿਹੜੀ ਨਜ਼ਰ ਆ ਰਹੀ ਆ ਕਿ ਸਿੱਖ ਐਂਗਲ ਤੇ ਲੈਫਟ ਦਾ ਐਂਗਲ ਜਿਹੜਾ ਆਪਸ ਕਦੇ ਵੀ ਪਲੇਟਫਾਰਮ ਤੇ ਇਕੱਠਾ ਨਹੀਂ ਹੋਇਆ, ਪਰ ਕਿਸੇ ਲੈਵਲ ਤੇ ਹੁਣ ਇਕੱਠਾ ਹੈਗਾ। ਜਿਹੜੇ ਵਿਮਨ ਐਂਗਲ ਤੇ ਮੈਨ ਐਂਗਲ,
ਫਾਰਮ ਤੇ ਫਾਰਮ ਲੇਬਰ ਜਿਹੜੇ ਮਜ਼ਦੂਰਾਂ ਦਾ ਹੈਗਾ, ਤੇ ਜਿਹੜਾ ਇੱਕ ਹਿੰਦੂ ਤੇ ਸਿੱਖ ਦਾ ਸੀਗਾ ਐਲੀਮੈਂਟ, ਜਿਹਨੂੰ ਸਰਕਾਰਾਂ ਨੇ ਖਾਲਿਸਤਾਨੀਆਂ, ਨੌਨ ਖਾਲਿਸਤਾਨੀਆਂ, ਸਿੱਖ ਹਿੰਦੂ ਵਿੱਚ ਕੌਨਫਲਿਕਟ ਬਣਾ ਕੇ ਪੇਸ਼ ਕੀਤਾ ਪਿਛਲੇ ਕਈ ਸਾਲਾਂ ਵਿੱਚ, ਕਈ ਦਹਾਕਿਆਂ ਵਿੱਚ, ਉਹ ਸਾਰਾ ਇੱਕ ਟੁੱਟਦਾ ਨਜ਼ਰ ਆ ਰਿਹਾ। ਅਸਲੀ ਤਾਂ ਬਾਹਰ ਆਣੀਆਂ ਸ਼ੁਰੂ ਹੋ ਰਹੀਆਂ ਨੇ। ਤਾਂ ਮੈਨੂੰ ਸਭ ਤੋਂ ਵੱਡੀ ਜਿਹੜੀ ਇੱਕ ਗੱਲ ਨਜ਼ਰ ਆ ਰਹੀ ਹੈ ਕਿ ਇਹਦੇ ਵਿੱਚ ਪਹਿਲੀ ਵਾਰੀ ਇੱਕ ਨਵੀਂ ਕਿਸਮ ਦੀ ਲੀਡਰਸ਼ਿਪ ਸ਼ਾਇਦ ਐਮਐਲਏ ਦੇ ਰੂਪ ਵਿੱਚ ਆਉਣ ਵਾਲੇ ਚੋਣਾਂ ਵਿੱਚ ਸਾਨੂੰ ਵੀ ਨਜ਼ਰ ਆਉਣ, ਜਿਹੜੀਆਂ ਕਿ ਪੰਜਾਬ ਦੇ ਭਵਿੱਖ ਨੂੰ ਸੁਧਾਰ, ਇਹ ਨਹੀਂ ਕਿ ਆਪਣੀ ਉਹਨੂੰ ਜੱਦੀ ਜਾਇਦਾਦ ਬਣਾ ਲੈਣ। ਜੀ, ਪਰ ਇਹਦੇ ਨਾਲ ਨਾਲ ਤੁਹਾਨੂੰ ਇਹ ਨਹੀਂ ਲੱਗ ਰਿਹਾ ਕਿ ਇਕੱਲੇ ਪੰਜਾਬ ਦੀ ਗੱਲ ਹੀ ਨਹੀਂ, ਪੰਜਾਬ ਵੱਲੋਂ ਵਿੱਢਿਆ ਹੋਇਆ ਇਹ ਸੰਘਰਸ਼ ਭਾਰਤ ਦੇ ਕੋਨੇ-ਕੋਨੇ ਤੋਂ ਹੁੰਦਾ ਹੋਇਆ ਵਿਦੇਸ਼ਾਂ ਤੱਕ ਇਹਦਾ ਇੰਪੈਕਟ ਹੋ ਰਿਹਾ? ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਜਿੱਥੇ ਜਿੱਥੇ ਵੀ ਪੰਜਾਬੀ ਕਿਸਾਨ ਵਸੇ ਹੋਏ ਨੇ, ਉਹਨਾਂ ਦੇ ਮਨ ਦੇ ਵਿੱਚ ਇੱਕ ਬੜਾ ਸਤਿਕਾਰ ਬਣ ਗਿਆ ਇਸ ਅੰਦੋਲਨ ਦੇ ਪ੍ਰਤੀ। ਤੁਸੀਂ ਜ਼ਿਕਰ ਕੀਤਾ ਸੀ ਕਿ ਮੈਨ, ਵੂਮਨ, ਔਰਤਾਂ, ਬੱਚੇ, ਨੌਜਵਾਨ ਤੇ ਬਜ਼ੁਰਗ ਸਾਡੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਰਹੇ ਨੇ। ਉੱਥੇ ਲੱਗ ਨਹੀਂ ਰਿਹਾ ਕਿ ਪੰਜਾਬੀਆਂ ਵੱਲੋਂ ਆਰੰਭ ਕੀਤਾ ਹੋਇਆ ਜਿਹੜਾ ਇਹ ਅੰਦੋਲਨ ਹੈ, ਉਹਦੇ ਵਿੱਚ ਸਿੱਖੀ ਪ੍ਰਤੀ ਬੜੀ ਵੱਡੀ ਛਾਪ ਛੱਡ ਰਿਹਾ ਹੈ? ਜਿਹੜੇ ਵੰਡ ਕੇ ਛਕਣ ਦੀ ਗੱਲਬਾਤ ਹੈ, ਮੇਰਾ ਖਿਆਲ ਹੈ ਉਹਦਾ ਕਨਸੈਪਟ ਬੜਾ ਇਫੈਕਟ ਕਰ ਰਿਹਾ ਹੈ, ਖਾਸ ਕਰਕੇ ਹਰਿਆਣਵੀ ਤੇ ਹੋਰ ਸੂਬਿਆਂ ਤੋਂ ਆਏ ਲੋਕਾਂ ਨੂੰ। ਜੀ ਬਿਲਕੁਲ ਠੀਕ ਹੈ ਜੀ, ਮੈਂ ਪਹਿਲੀ ਵਾਲੀ ਗੱਲ ਵਿੱਚ ਕਹਿਤਾ ਸੀਗਾ, ਪਰ ਉਹਨੂੰ ਆਪਾਂ ਹੋਰ ਵਿਸਥਾਰ 'ਚ ਗੱਲ ਕਰਦੇ ਹਾਂ ਜੀ ਕਿ ਸਿੱਖਾਂ ਦੀ ਛੂਹ ਤੋਂ ਬਗੈਰ, ਜੀ ਸਿੱਖੀ ਦੀ ਸਪਿਰਿਟ ਤੋਂ ਬਗੈਰ, ਇਹ ਇੱਕ ਬਹੁਤ ਛੋਟੇ ਲੈਵਲ ਦਾ ਪ੍ਰੋਟੈਸਟ ਸੀ, ਇਹਦੇ ਬਾਰੇ ਕੋਈ ਸ਼ੰਕਾ ਨਹੀਂ। ਪੰਜਾਬ ਦੀ ਨੈਸ਼ਨਲ ਲੈਵਲ ਤੇ ਫਾਰਮਰਸ ਦੀ ਲੀਡਰਸ਼ਿਪ ਦੇ ਵਿੱਚ ਬਾਰੇ ਵੀ ਕੋਈ ਸ਼ੰਕਾ ਨਹੀਂ ਜੀ। ਸੋ ਇਹ ਦੋ ਚੀਜ਼ਾਂ ਨੇ ਕੀਤਾ ਕੀ ਆ? ਸਿਰਫ ਡਾਇਸਪੋਰਾ ਦੇਖੋ, ਇਹਦਾ ਇੱਕ ਆਪਾਂ ਵਿਦਨ ਇੰਡੀਆ ਕੀ ਹੋਇਆ ਤੇ ਆਊਟਸਾਈਡ ਇੰਡੀਆ ਡਾਇਸਪੋਰਾ ਵਿੱਚ ਕੀ ਹੋਇਆ। ਵਿਦਨ ਇੰਡੀਆ ਵੀ ਬੜੀ ਵੱਡੀ ਗੱਲ ਹੈ ਜੀ ਕਿ 84 ਦੇ ਵਿੱਚ ਜਿਹੜੀ ਇੱਕ ਇਮੇਜ ਸਿੱਖਾਂ ਦੀ ਬਾਈ ਹਾਇਰਿੰਗ ਮਾਰਕੀਟਿੰਗ ਏਜੰਸੀਜ਼ ਲਾਈਕ ਰੀਡਿਫਿਊਜ਼ਨ, ਰਾਜੀਵ ਗਾਂਧੀ ਨੇ ਆਪ ਹਾਇਰ ਕੀਤੀ ਸੀ, ਜਿਨ੍ਹਾਂ ਨੇ ਕੈਂਪੇਨਸ ਬਣਾਈਆਂ ਸੀ ਸਿੱਖਾਂ ਦੀ ਇਮੇਜ ਨੂੰ ਖਰਾਬ ਕਰਨ ਲਈ। ਐਵੇਂ ਥੋੜੀ ਖਰਾਬ ਹੋ ਗਈ ਸੀ, ਹਰਿਆਣੇ ਦੇ ਵਿੱਚ ਕੀ ਪੂਰੇ ਇੰਡੀਆ ਵਿੱਚ ਖਰਾਬ ਕੀਤੀ ਗਈ ਸੀਗੀ। ਇੱਕ ਬਕਾਇਦਾ ਕੈਂਪੇਨ ਚਲਾਈ ਗਈ ਸੀਗੀ ਸਰਕਾਰ ਵੱਲੋਂ। ਉਹ ਜਿਹੜਾ 84 ਤੋਂ ਹੁਣ ਤੱਕ ਦਾ ਸਫ਼ਰ ਆ, ਜਿਹਦੇ ਵਿੱਚ 2 ਜਨਰੇਸ਼ਨਸ ਨਿਕਲ ਕੇ ਆਈਆਂ, ਜਿਨ੍ਹਾਂ ਦੀ ਇੱਕ ਇੰਡੋਕਟ੍ਰਿਨੇਸ਼ਨ ਮਾਈਂਡ ਦੇ ਲੈਵਲ ਤੇ ਬਦਲ ਦਿੱਤਾ ਸੀਗਾ ਜੀ, ਉਹਦੇ ਵਿੱਚ ਇਹ ਇੱਕ ਪਹਿਲਾ ਬਹੁਤ ਵੱਡਾ ਇੱਕ ਤੁਸੀਂ ਕਹੋਗੇ ਕਿ ਰੋਕ ਲਾ ਕੇ ਉਹਨੂੰ ਚੇਂਜ ਕਰ ਦਿੱਤਾ ਕਿ ਜਿੱਥੇ ਇੱਕ ਬੀਬੀ ਹਿੰਦੀ ਵਿੱਚ ਵੀ ਇੰਟਰਵਿਊ ਕਰਕੇ ਕਹਿ ਰਹੀ ਹੈ ਕਿ ਅਗਰ ਸਰਦਾਰ ऐसे होते हैं तो मेरा दुर्भाग्य है कि मैंने सपना भी है कि मैं जाके पंजाब में दोबारा पैदा हूं। देखो हिंदी ਵਿੱਚ ਹੀ ਬੋਲ ਰਹੀ ਹੈ। ਇੱਕ ਰਾਜਸਥਾਨੀ ਫਾਰਮਰ ਕਹਿ ਰਿਹਾ ਕਿ ਤੁਸੀਂ ਸਾਨੂੰ ਖਾਲਿਸਤਾਨੀ ਬਣਾਉਣਾ ਤੇ ਮੈਂ ਵੀ ਖਾਲਿਸਤਾਨੀ ਆ। ਕਹਿਣ ਦਾ ਭਾਵ ਵੱਡਾ ਇੰਪੈਕਟ ਇਹ ਹੈ ਕਿ ਜਿਹੜੀ ਸਿੱਖਾਂ ਦੀ ਤੇ ਪੰਜਾਬ ਦੇ ਵਿੱਚ, ਪੰਜਾਬ ਦੇ ਸਿੱਖਾਂ ਦੀ ਸਪੈਸ਼ਲੀ ਪੂਰੇ ਇੰਡੀਆ ਦੇ ਵਿੱਚ ਸਿੱਖਾਂ ਦੀ ਇਮੇਜ ਖਰਾਬ ਕਰ ਦਿੱਤੀ ਗਈ ਸੀ ਬਾਈ ਕ੍ਰੀਏਟਿੰਗ ਅ ਡਿਸਇਨਫੋਰਮੇਸ਼ਨ ਕੈਂਪੇਨ ਸਿਸਟਮੈਟਿਕਲੀ ਕੀਤੀ ਸੀ। ਉਹ ਸਬਬ ਦੇ ਨਾਲ ਉਹ ਚੜ੍ਹਦੀ ਕਲਾ ਨੂੰ ਲੋਕਾਂ ਨੇ ਡੈਮੋਨਸਟ੍ਰੇਟ ਹੋਦਾ ਦੇਖ ਰਿਹਾ, ਸੇਵਾ ਲੋਕੀ ਡੈਮੋਨਸਟ੍ਰੇਟ ਹੋਈ ਦੇਖ ਰਹੇ ਨੇ, ਤੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਇੱਕ ਘਰਣਾ ਪੈਦਾ ਕੀਤੀ ਸੀ, ਲੋਕਾਂ ਦੇ ਮਨਾਂ ਵਿੱਚ ਜਿਹੜੀ ਸਿੱਖ ਇਮੇਜ ਇੱਕ ਨੈਗੇਟਿਵ ਬਣਾ ਦਿੱਤੀ ਗਈ ਸੀ, ਮੇਰੇ ਖਿਆਲ ਦੇ ਵਿੱਚ ਇੱਕ ਆਲਰੇਡੀ ਅਕੰਪਲਿਸ਼ਮੈਂਟ ਹੋ ਗਿਆ ਕਿ ਹਰਿਆਣਾ ਤੋਂ ਲੈ ਕੇ ਰਾਜਸਥਾਨ, ਨਾਰਥ ਇੰਡੀਆ ਦੇ ਤੇ ਫਾਰਮਰਸ ਦੇ ਪੂਰੇ ਇੰਡੀਆ ਦੇ, ਇਨਕਲੂਡਿੰਗ ਉੜੀਸਾ ਤੇ ਆਂਧਰਾ ਤੇ ਹੋਰ ਥਾਵਾਂ ਦੇ, ਜਿਹੜੇ ਇਕੱਠੇ ਹੋ ਕੇ ਇਸ ਇਮੇਜ ਨੂੰ ਬੈਟਰ ਮੰਨ ਰਹੇ ਨੇ। ਇਹ ਵਿਦਨ ਇੰਡੀਆ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਸਿੱਖ ਨਜ਼ਰੀਏ ਤੋਂ ਤੇ ਪੰਜਾਬ ਦੇ ਨਜ਼ਰੀਏ ਤੋਂ। ਡਾਇਸਪੋਰਾ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ, ਲੋਕ ਪੂਰੀ ਦੁਨੀਆ ਦੇ ਵਿੱਚ ਲੇਬਰ ਮੂਵਮੈਂਟਸ ਚੱਲ ਰਹੇ ਨੇ, ਯੂਨੀਅਨ ਦੇ ਮੂਵਮੈਂਟਸ ਚੱਲ ਰਹੇ ਨੇ। ਇਹਨੂੰ ਕਿਹਾ ਜਾਂਦਾ ਗਲੋਬਲ ਸਾਊਥ, ਭਾਵ ਜਿੱਥੇ ਡਿਵੈਲਪਿੰਗ ਤੇ ਅੰਡਰ ਡਿਵੈਲਪਡ ਕੰਟਰੀਜ਼ ਨੇ, ਉੱਥੇ ਯੂਨੀਅਨਾਂ ਦਾ ਕੀ ਹਾਲ ਆ। ਵਰਲਡ ਦੀ ਸਭ ਤੋਂ ਵੱਡੀ ਪ੍ਰੋਟੈਸਟ ਇਸ ਵੇਲੇ ਪੰਜਾਬ ਤੇ ਸਿੱਖਾਂ ਦੀ ਲੀਡਰਸ਼ਿਪ ਦੇ ਥੱਲੇ ਫਾਰਮਰ ਯੂਨੀਅਨਸ ਤੇ ਮਜ਼ਦੂਰਾਂ ਦੇ ਸਹਾਇਤਾ ਦੇ ਨਾਲ ਤੇ ਬਾਕੀ ਸਾਰੇ ਹੋਰ ਖਿੱਤਿਆਂ ਤੋਂ ਲੋਕਾਂ ਨੇ ਇਕੱਠਾ ਹੋ ਕੇ ਇੱਕ ਗਲੋਬਲੀ ਇਹ ਪ੍ਰੋਟੈਸਟ ਖੜਾ ਕਰਤਾ। This is the largest protest in the history of the protest unions ਦੀ। ਉਹਦੇ ਨਾਲ ਇੱਕ ਤਾਂ ਉਹ ਜੁੜ ਰਹੇ ਹੋ ਤੁਸੀਂ ਜਿਹੜੀਆਂ ਹੋਰ ਜਿਹਨੂੰ ਅਸੀਂ ਕਹਿੰਦੇ ਆ ਉਹ ਮਾਈਨੋਰਿਟੀਜ਼ ਨੇ ਜਾਂ ਇਸ਼ੂਜ਼ ਨੇ, ਜਿਹੜੇ ਲੋਕਾਂ ਦੇ ਹੱਕਾਂ ਦੇ ਨਾਲ ਜੁੜੇ ਹੋਏ ਨੇ, ਯੂਨੀਅਨਸ ਤੇ ਪ੍ਰੋਟੈਸਟ ਨਾਲ ਜੁੜੇ ਹੋਏ ਨੇ ਤੇ ਸ਼ਾਂਤਮਈ ਤਰੀਕੇ ਨਾਲ ਹੋ ਰਹੇ ਨੇ। ਤੇ ਦੂਸਰਾ ਇਫੈਕਟ ਇਹਦਾ ਹੋਇਆ ਪੰਜਾਬੀ ਸਿੱਖ ਸਾਈਕੀ ਤੇ, ਭਾਵੇਂ ਉਹ ਫਸਟ ਜਨਰੇਸ਼ਨ ਨੇ, ਭਾਵੇਂ ਉਹ ਸੈਕੰਡ ਜਾਂ ਥਰਡ ਜਨਰੇਸ਼ਨ ਨੇ, ਭਾਵੇਂ ਉਹ ਪੱਗ ਬੰਨਦੇ ਨੇ ਨਹੀਂ ਬੰਨਦੇ, ਭਾਵੇਂ ਉਹਨਾਂ ਦੀ ਪੰਜਾਬੀ ਟੁੱਟੀ ਫੁੱਟੀ ਆ ਜਾਂ ਚੰਗੀ ਆ, ਭਾਵੇਂ ਉਹ ਪੰਜਾਬੀ ਗਾਣੇ ਸੁਣਦੇ ਜਾਂ ਨਹੀਂ ਸੁਣਦੇ, ਉਹਦੇ ਬਾਵਜੂਦ ਸਾਰੇ ਪੰਜਾਬੀਆਂ ਦੇ ਵਿੱਚ 130 ਮਿਲੀਅਨ ਪੰਜਾਬੀ ਦੁਨੀਆ 'ਚ ਰਹਿੰਦਾ, ਉਹਦੇ ਵਿੱਚ 60-70 ਮਿਲੀਅਨ ਜਿਹੜਾ ਹੈਗਾ
ਉਹ ਪੰਜਾਬ ਦੀ ਪੋਪੂਲੇਸ਼ਨ ਈਸਟ ਦੀ ਹੈਗੀ ਤੇ ਵੈਸਟ ਦੀ ਜ਼ਿਆਦਾ ਹੈਗੀ, 70 ਹੈਗੀ। ਜੀ। ਉਹ ਜਿਹੜੀ ਵੀ ਉਹਦੇ ਨਾਲ ਰਿਲੇਟਡ ਡਾਇਸਪੋਰਾ, ਇਹ ਉਹਨਾਂ ਸਾਰਿਆਂ ਦੇ ਮਨਾਂ ਵਿੱਚ ਪੰਜਾਬੀਅਤ ਦਾ ਕੀ ਸੁਚੱਜਾ ਰੂਪ ਹੋ ਸਕਦਾ ਉਹ ਜਗਾ ਰਿਹਾ। ਉਹਦੇ ਵਿੱਚ ਸਿੱਖ ਸੋਚ ਆਪਣਾ ਪਹਿਲ ਦੇ ਰਹੀ ਆ। ਉਸ ਪਹਿਲ ਦੇ ਵਿੱਚੋਂ ਪੰਜਾਬੀਅਤ ਕੀ ਹੁੰਦੀ ਸੀ 100 ਸਾਲ ਪਹਿਲਾਂ, ਜਾਂ ਦੁਬਾਰਾ ਅਗਲੇ ਸਾਲਾਂ ਵਿੱਚ, ਅਗਲੇ ਦਹਾਕਿਆਂ ਵਿੱਚ ਕੀ ਬਣਾਈ ਜਾ ਸਕਦੀ ਆ, ਉਹਦੇ ਪ੍ਰਤੀ ਇੱਕ ਬਹੁਤ ਸੋਹਣੀਆਂ ਚੀਜ਼ਾਂ ਨੂੰ ਛੱਡ ਰਿਹਾ ਕਿ ਇਹ ਪੰਜਾਬੀਅਤ ਹੈਗੀ। ਇਹ ਪੰਜਾਬ ਦੀ ਖੁੱਲ੍ਹਦਿਲੀ ਸੀ, ਇਹ ਪੰਜਾਬ ਦੇ ਸ਼ਹਾਦਤਾਂ ਦਾ ਸਿਸਟਮ ਆ, ਇਹ ਪੰਜਾਬ ਦੇ ਮੋਰਚਿਆਂ ਦਾ ਸਿਸਟਮ ਆ, ਤੇ ਇਹ ਪੰਜਾਬ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ। ਇਹ ਕਿਹੜਾ ਵੀ ਜ਼ੁਲਮ ਹੋਵੇ, ਕੋਈ ਵੀ ਐਮਪਾਇਰ ਹੋਵੇ, ਜੋ ਹਿਸਟਰੀ 'ਚ ਹੋ ਰਿਹਾ ਸੀ, ਹੁਣ ਉਹ 2020 ਸ਼ੁਰੂ ਹੋ ਕੇ 2021 ਵਿੱਚ ਕੰਟੀਨਿਊ ਹੋ ਰਿਹਾ। ਸੋ ਡਾਇਸਪੋਰਾ ਦੇ ਪੰਜਾਬੀ ਸਿੱਖਾਂ ਨੂੰ, ਉਹਨਾਂ ਨੂੰ ਪੰਜਾਬੀਅਤ ਦੇ ਜਿਹੜੀਆਂ ਸੁਚੱਜੀਆਂ ਚੀਜ਼ਾਂ ਨੇ, ਪੰਜਾਬੀਅਤ ਦਾ ਜਿਹੜਾ ਇੱਕ ਜਿਸੇ ਕਹਿੰਦਾ ਜਜ਼ਬਾ ਸੀ, ਉਹ ਗਾਣਿਆਂ ਤੋਂ ਬਾਹਰ ਆ ਕੇ ਐਕਚੁਅਲ ਰਿਐਲਿਟੀ ਵਿੱਚ ਦਿਖ ਰਿਹਾ। ਤੇ ਉਹ ਇਹਦੇ ਨਾਲ ਆਪਣੇ ਆਪ ਨੂੰ ਹੁਣ ਪੰਜਾਬੀ ਕਹਾ ਕੇ ਮਹਾਨ ਮੰਨ ਰਹੇ ਨੇ। ਪੰਜਾਬੀ ਕੋਈ ਗਾਲ ਨਹੀਂ, ਪੰਜਾਬੀ ਕੋਈ ਇੱਕ ਕੱਲਾ ਲੈਂਗੁਏਜ ਨੂੰ ਨੈਗੇਟਿਵ ਰੂਪ ਚ ਦਿਖਾਉਣਾ ਨਹੀਂ। ਪੰਜਾਬੀ ਹੋਣਾ ਇੱਕ ਮਾਣ ਦਾ ਇਸ਼ੂ ਬਣ ਗਿਆ ਈਵਨ ਡਾਇਸਪੋਰਾ ਦੇ ਲਈ ਵੀ। ਵਾਹ ਜੀ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਹਰਿੰਦਰ ਸਿੰਘ ਜੀ, ਬਾਹਰਲੇ ਮੁਲਕਾਂ 'ਚ ਵੀ ਪ੍ਰੋਟੈਸਟ ਹੋ ਰਹੇ ਨੇ, ਰੈਲੀਆਂ ਹੋ ਰਹੀਆਂ ਆ, ਪਰ ਕਿਤੇ ਨਾ ਕਿਤੇ ਜਦੋਂ ਸ਼ੁਰੂਆਤ ਇਹਨਾਂ ਦੀ ਹੋਈ ਸੀ, ਜੇ ਅਸੀਂ ਅਮਰੀਕਾ ਦੀ ਵੀ ਗੱਲ ਕਰੀਏ ਤੇ ਬਹੁਤ ਤਰੀਕਿਆਂ ਦੇ ਨਾਲ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਸਿੱਖ ਕੌਣ ਆ। ਸੋ 9/11 ਦੇ ਅਟੈਕ ਤੋਂ ਬਾਅਦ ਬਹੁਤ ਕੁਛ ਝੇਲਣਾ ਪਿਆ ਸਾਡੇ ਆਪਣੇ ਲੋਕਾਂ ਨੂੰ। ਬੜਾ ਲੋਕੀ ਵਿਤਕਰਾ ਕਰਦੇ ਸੀ, ਬੜਾ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਸੀ। ਪਰ ਸੰਦੀਪ ਸਿੰਘ ਧਾਲੀਵਾਲ ਜਿਹੜੇ ਕਿ ਸ਼ੈਰਫ ਸਨ, ਉਹਨਾਂ ਨੇ ਜਦੋਂ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਵੱਖਰੀ ਪਹਿਚਾਣ ਵੀ ਬਣੀ ਆ। ਪਹਿਲਾਂ ਵੀ ਬੜੇ ਵਿਦਵਾਨ ਲੋਕਾਂ ਨੇ ਕੋਸ਼ਿਸ਼ਾਂ ਕੀਤੀਆਂ ਆ ਲੋਕਾਂ ਨੂੰ ਦੱਸਣ ਦੀ ਕਿ ਅਸੀਂ ਕੌਣ ਆ। ਸੋ ਕੌਮ ਦੇ ਬਹੁਤ ਸਾਰੇ ਇਹੋ ਜਿਹੇ ਨੁਮਾਇੰਦੇ ਜਿਨ੍ਹਾਂ ਨੇ ਬੜਾ ਵਧੀਆ ਕੰਮ ਕੀਤਾ ਬਾਹਰਲੇ ਮੁਲਕਾਂ 'ਚ। ਪਰ ਹੁਣ ਜਦੋਂ ਅਸੀਂ ਕਿਸਾਨ ਰੈਲੀਆਂ ਦੀ ਗੱਲ ਕਰਦੇ ਹਾਂ, ਮੋਸਟ ਤਾਂ ਲੋਕ ਉਹ ਰੈਲੀਆਂ 'ਚ ਦੇਖੇ ਜਾਂਦੇ ਨੇ ਜਿਹੜੇ ਕਿ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਆ, ਲੋਕਾਂ ਨੂੰ ਸਮਝਾਉਂਦੇ ਆ। ਪਰ ਕੁਛ ਇੱਕ ਅਜਿਹੇ ਲੋਕ ਵੀ ਹੁੰਦੇ ਆ ਜਿਹੜੇ ਇਹਨਾਂ ਮੁਲਕਾਂ 'ਚ ਵੀ ਗਲਤ ਗਾਈਡ ਕਰਦੇ ਆ, ਜਿਹੜੇ ਕਿਸਾਨ ਮੋਰਚੇ ਨੂੰ ਕਿਸੇ ਨਾ ਕਿਸੇ ਜਥੇਬੰਦੀ ਦੇ ਨਾਲ ਅਟੈਚ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਗਲਤ ਮੈਸੇਜ ਦਿੰਦੇ ਆ। ਬੇਸ਼ੱਕ ਉਹ ਏਜੰਸੀਆਂ ਵੱਲੋਂ ਲਿਆਂਦੇ ਵਿੱਚ ਫਿੱਟ ਕੀਤੇ ਹੋਏ ਲੋਕ ਆ। ਸੋ ਉਹਨਾਂ ਸਾਰੇ ਦੇ ਕਾਸੇ ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਤੁਸੀਂ ਬੜੇ ਸੁਲਝੇ ਹੋਏ ਹੋ, ਤੁਹਾਡਾ ਮੈਸੇਜ ਪੂਰੀ ਦੁਨੀਆ 'ਚ ਜਾ ਰਿਹਾ, ਤੁਸੀਂ ਇਹਦੇ ਬਾਰੇ ਕੀ ਕਹੋਗੇ? ਇਹਨਾਂ ਲੋਕਾਂ ਤੋਂ ਕਿਵੇਂ ਸੁਚੇਤ ਰਿਹਾ ਜਾ ਸਕਦਾ? ਜ਼ਰੂਰ ਜੀ। ਆਈ ਥਿੰਕ ਇਹਦੇ 'ਚ ਇੱਕ ਗੱਲ ਆਪਾਂ ਲੈ ਕੇ ਚੱਲੀਏ ਕਿ ਇਹ ਸਾਡੇ ਲਈ ਇਕੱਲੀ ਯੂਨੀਕ ਸਿਚੁਏਸ਼ਨ ਨਹੀਂ ਆ, ਇਹ ਹਰ ਮੂਵਮੈਂਟ ਤੇ ਹਰ ਕਮਿਊਨਿਟੀ ਵਿੱਚ ਹੁੰਦਾ ਤੇ ਹਰ ਮੁਲਕ ਵਿੱਚ ਹੁੰਦਾ। ਕਿਉਂ ਹੁੰਦਾ? ਦੇਖੋ, ਜਦੋਂ ਆਪਾਂ ਆਮ ਪੰਜਾਬੀ 'ਚ ਕਹਿੰਦੇ ਹਾਂ ਕਿ ਚੜ੍ਹਦੇ ਸੂਰਜ ਨੂੰ ਸਾਰੇ ਸਲਾਮ ਕਰਦੇ ਨੇ, ਸੋ ਉਹਦਾ ਇੱਕ ਪੱਖ ਤਾਂ ਇਹ ਆ ਕਿ ਜਿਹੜੇ ਵੀ ਮੂਵਮੈਂਟਸ ਆਪਣੇ ਆਪ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਨੇ, ਉਹ ਇਹਦੇ ਵਿੱਚ ਇੱਕ ਚੰਗੇ ਲੈਵਲ ਦੀ ਹਿੱਸੇਦਾਰੀ ਵੀ ਪਾ ਰਹੇ ਨੇ, ਇਸ ਕਰਕੇ ਵੀ ਨਾਲ ਜੁੜਦੇ ਨੇ। ਉਹਦਾ ਇੱਕ ਦੂਸਰਾ ਪੱਖ ਹੈਗਾ ਕਿ ਸਰਕਾਰਾਂ ਚਾਹੁੰਦੀਆਂ ਨੇ ਜੇ ਮੂਵਮੈਂਟ ਨੂੰ ਖਤਮ ਕਰਨਾ, ਤੇ ਜਿਹੜੇ ਉਹ ਫਿਰ ਉਹ ਬੰਦਿਆਂ ਨੂੰ ਇਹਨਾਂ ਮੂਵਮੈਂਟਾਂ ਵਿੱਚ ਲਿਆਉਂਦੀ ਹੈ, ਜਿਵੇਂ ਉੱਥੇ ਪਿਛਲੇ ਦਹਾਕਿਆਂ ਵਿੱਚ ਸਾਨੂੰ ਹਿੰਦੁਸਤਾਨ 'ਚ ਵੀ ਦਿਖਿਆ ਤੇ ਹੁਣ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਤੇ ਵੀ ਦਿਖ ਰਿਹਾ ਕਿ ਇਨਫਿਲਟ੍ਰੇਸ਼ਨ ਕਰਾਈ ਜਾਂਦੀ ਹੈ ਤਾਂ ਕਿ ਇਹ ਗਲਤ ਮੈਸੇਜ ਨੂੰ ਉਛਾਲਿਆ ਜਾਵੇ। ਉਹਦੇ ਪ੍ਰਤੀ ਸੁਚੇਤ ਰਹਿਣਾ ਬਹੁਤ ਜ਼ਰੂਰੀ ਆ। ਪਰ ਜਿਹੜਾ ਪਹਿਲਾ ਪੱਖ ਆ, ਅਸੀਂ ਉਹਨੂੰ ਨਜ਼ਰਅੰਦਾਜ਼ ਨਾ ਕਰੀਏ। ਦੇਖੋ, ਇਹਨੂੰ ਕੰਸੋਲੀਡੇਸ਼ਨ ਵੀ ਕਿਹਾ ਜਾਂਦਾ। ਇਹ ਯੂਨਿਟੀ ਹੁੰਦੀ ਕੀ ਆ? ਯੂਨਿਟੀ ਇਹ ਨਹੀਂ ਹੁੰਦੀ ਕਿ ਸਾਰੇ ਇੱਕੋ ਜਿਹੇ ਦੇਖਣ ਨੂੰ ਲੱਗਣ ਤੇ ਸਾਰੇ ਇੱਕੋ ਬੋਲੀ ਬੋਲਣ, ਇਹ ਨਹੀਂ ਯੂਨਿਟੀ। ਯੂਨਿਟੀ ਹੁੰਦੀ ਹੈ ਕਿ ਕਿਸੇ ਪ੍ਰੋਜੈਕਟ ਦੇ ਪ੍ਰਤੀ, ਜਿਵੇਂ ਇੱਥੇ ਫਾਰਮ ਲਾਜ਼ ਤੇ ਫਾਰਮ ਬਿਲਸ ਦੀ ਗੱਲ ਆ, ਉਹਦੇ ਪ੍ਰਤੀ ਇਕੱਠਾ ਹੋਣਾ। ਉਹਦੇ ਲਈ ਹੋ ਸਕਦਾ ਜਿਵੇਂ ਫਾਰਮਰ ਯੂਨੀਅਨਸ ਜਿਹੜੀਆਂ ਨੇ ਉਹ ਸਾਰੀਆਂ ਕਿਹੜੀਆਂ ਇਕੱਠੀਆਂ ਨੇ, ਬਟ ਕਿਉਂਕਿ ਉਹ ਡਿਸਟਰੀਬਿਊਟਡ ਲੀਡਰਸ਼ਿਪ ਹੋ ਗਈ, ਇਸ ਕਰਕੇ ਜੇ ਉਹਨਾਂ 'ਚੋਂ ਕੋਈ ਗਲਤ ਕੰਮ ਕਰਨਾ ਵੀ ਚਾਹੁੰਦਾ, ਜਿਹੜੀ ਕੋਸ਼ਿਸ਼ ਹੋਈ ਸੀ ਉਹ ਨਹੀਂ ਕਰ ਪਾਏ ਕਿਉਂਕਿ ਇਸ ਵੇਲੇ ਸਭ ਟਰਾਂਸਪੇਰੈਂਟ ਹੋ ਗਿਆ। ਸੋ ਇਸੇ ਤਰ੍ਹਾਂ ਡਾਇਸਪੋਰਾ ਦੇ ਵਿੱਚ ਹਰ ਬੰਦਾ ਜਿਹੜਾ ਜੁੜ ਰਿਹਾ ਜਾਂ ਹਰ ਸੰਸਥਾ ਜਿਹੜੀ ਜੁੜ ਰਹੀ ਹੈ, ਉਹਨੇ ਆਪ ਆਪਣੇ ਆਪ ਦੇਖਣਾ ਕਿ ਅਸੀਂ ਕਿਉਂ ਜੁੜ ਰਹੇ ਹਾਂ। ਬਟ ਸੁਚੇਤਤਾ ਸਾਨੂੰ ਜਿਹੜਾ ਸੈਕਿੰਡ ਐਂਗਲ ਆ ਉਹਦੀ ਜ਼ਿਆਦਾ ਚਾਹੀਦੀ ਹੈ। ਪਹਿਲੇ ਐਂਗਲ ਨੂੰ ਸਾਨੂੰ ਸ਼ਾਬਾਸ਼ੀ ਦੇਣੀ ਚਾਹੀਦੀ ਹੈ ਕਿ ਭਾਵੇਂ ਉਹ ਖੱਬੇ ਪੱਖੋਂ ਆ ਰਹੇ ਨੇ ਜਾਂ ਸੱਜੇ ਪੱਖੋਂ ਆ ਰਹੇ ਨੇ, ਭਾਵੇਂ ਉਹ ਪੰਜਾਬੀ ਨੇ ਜਾਂ ਗੈਰ ਪੰਜਾਬੀ ਨੇ, ਉਹ ਨਾ ਦੇਖੋ। ਜੇ ਉਹ ਰਿਪੀਲ ਦਾ ਲਾਜ਼ ਦੇ ਉੱਤੇ ਕੰਸੋਲੀਡੇਸ਼ਨ ਹੋ ਗਈ ਆ, ਉਹਦੇ ਉੱਤੇ ਫੋਕਸ ਦੇ ਰਹੇ ਨੇ, ਉਹ ਨਾਲ ਰਹਿਣ। ਤੇ ਜਿਹੜੇ ਇਹ ਰੈਲੀਆਂ ਤੇ ਜਾ ਰਹੇ ਨੇ, ਉਹਦੇ ਬਾਰੇ ਤੁਹਾਡਾ ਪਾਰਟ ਆਫ ਦਾ ਸਵਾਲ ਸੀ। ਦੇਖੋ, ਰੈਲੀਆਂ ਵਿੱਚ ਵੀ ਮੈਂ ਇੱਕ ਵਾਰ ਬੜੀ ਕਲੀਅਰਲੀ ਕਹਾਂਗਾ, ਐਟਲੀਸਟ US ਦੇ ਲੈਵਲ ਤੇ ਜੀ, ਦੇਖੋ ਇਹ ਇਸ ਲੈਵਲ ਦੀਆਂ ਕਦੇ ਨਹੀਂ ਹੋਈਆਂ ਜੀ। ਇਸ ਲੈਵਲ ਤੇ ਫਰਸਟ, ਸੈਕਿੰਡ, ਥਰਡ ਜਨਰੇਸ਼ਨ ਦਾ ਜੁਟ ਜਾਣਾ, ਜਿਹਨੂੰ
ਕੋਈ ਸਿੱਖੀ ਤੋਂ ਆ ਰਿਹਾ, ਕੋਈ ਐਕਟਿਵਿਜ਼ਮ ਤੋਂ ਆ ਰਿਹਾ, ਕਿਸੇ ਵੀ ਲੈਵਲ ਤੋਂ ਆ ਰਹੇ ਨੇ, ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈਗੀ। ਇੰਨੇ ਸ਼ਹਿਰਾਂ ਦੇ ਵਿੱਚ ਕੋਵਿਡ ਦੇ ਹਾਲਾਤਾਂ ਦੇ ਵਿੱਚ ਸਰਕਾਰ ਦੀ ਇੰਨੀ ਜਿਹੜੀ ਆਲਟ ਰਾਈਟ ਗਵਰਨਮੈਂਟਸ ਦਾ, ਤੁਹਾਨੂੰ ਪਤਾ ਜਿਹੜਾ ਅਮਰੀਕਾ ਦੀ ਗੱਲ ਹੋਈ ਹੈ, ਭਾਰਤ ਦੀ ਵੀ ਉਸੇ ਤਰ੍ਹਾਂ ਦੀ ਇੱਕ ਕਿਸਮ ਦੀ ਬਣੀ ਹੋਈ ਹੈ, ਇਹਦੇ ਬਾਵਜੂਦ ਵੀ ਇੰਨੀਆਂ ਰੈਲੀਆਂ ਹੋਣੀਆਂ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਸਕਸੈਸ ਹੈਗੀ। ਬਟ ਇਹਦੇ ਨਾਲ ਇੱਕ ਵੱਡੀ ਚੇਤਾਵਨੀ, ਉਹ ਵੱਡੀ ਚੇਤਾਵਨੀ ਇਹ ਹੈ ਕਿ ਇਹ ਸਭ ਹੋਣ ਦੇ ਬਾਵਜੂਦ ਵੀ ਡਾਇਸਪੋਰਾ ਦਾ ਰੋਲ ਹੈਗਾ ਕਿ ਅਸੀਂ ਜਿਹੜੇ ਇਸ ਮੂਵਮੈਂਟ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਇਮੋਸ਼ਨਲੀ ਸਪੋਰਟ ਸਭ ਤੋਂ ਜ਼ਿਆਦਾ ਦਈਏ, ਉਹਨਾਂ ਨੂੰ ਇੰਟੈਲੈਕਚੁਅਲ ਸਪੋਰਟ ਉਸ ਤੋਂ ਜ਼ਿਆਦਾ ਵੀ ਦਈਏ। ਬਿਲਕੁਲ ਜੀ, ਕਿਉਂਕਿ ਜਿਹੜੇ ਰਿਪੀਲ ਇਹ ਹੋ ਵੀ ਜਾਂਦੇ ਨੇ, ਹੁਣੇ ਉਹਨਾਂ ਨੇ ਆਪਣਾ ਮੋਰਚਾ ਬੰਨਿਆ ਕਿ ਇਹਨਾਂ ਨੂੰ ਰਿਪੀਲ ਕਰੋ, ਲੈ ਕੇ ਚੱਲੋ ਕਿ ਜੇ ਰਿਪੀਲ ਹੋ ਗਏ ਜੀ, ਦੈਨ ਵਾਟ। ਸਾਨੂੰ ਪਤਾ ਫਾਰਮ ਪ੍ਰੋਡਕਸ਼ਨ ਤੇ ਬਹੁਤ ਕੰਮ ਕਰਨ ਵਾਲਾ, ਫਾਰਮਰਸ ਦੀ ਰੀਟ੍ਰੇਨਿੰਗ ਬੜੀ ਕਰਨ ਵਾਲੀ ਹੈ। ਪੰਜਾਬ ਸਟੇਟ ਦੇ ਲਾਜ਼ ਬਦਲਣ ਬਾਣੇ ਨੇ, ਬੀਜਾਂ ਦੇ ਬਾਰੇ ਜਿਹੜੀਆਂ ਫੋਰਡ ਫਾਊਂਡੇਸ਼ਨ ਨੇ ਕੰਮ ਵਾਇਲੈਂਸ ਆਫ ਗ੍ਰੀਨ ਰੈਵੋਲੂਸ਼ਨ ਤੋਂ ਕਰਾਇਆ ਸੀ, ਉਹਨੂੰ ਕਿਵੇਂ ਚੇਂਜ ਕਰਨਾ, ਸਾਡੀਆਂ ਹੈਬਿਟਸ ਨੂੰ ਅਸੀਂ ਕਿਵੇਂ ਚੇਂਜ ਕਰਨਾ, MSP ਸਿਰਫ ਇਸੇ ਸਾਲ ਨਹੀਂ ਅਗਲੇ 5 ਸਾਲਾਂ ਤੱਕ ਕੀ ਹੋਣੀ ਚਾਹੀਦੀ ਆ ਬਿਫੋਰ ਯੂ ਸਟਾਰਟ ਆਲਟਰਨੇਟਿਵ ਫਾਰਮਿੰਗ, ਇਹ ਸਾਰੀਆਂ ਚੀਜ਼ਾਂ ਤੇ ਬੜੀ ਅਹਿਮ ਲੈਵਲ ਤੇ ਬਲੂਪ੍ਰਿੰਟ ਕ੍ਰੀਏਟ ਕਰਨ ਦੀ ਲੋੜ ਹੈ, ਜੋ ਮੈਨੂੰ ਲੱਗ ਰਿਹਾ ਕਿ ਅਜੇ ਟਾਮਾ ਹੀ ਸ਼ੁਰੂ ਹੋਇਆ। ਉਹ ਥਿੰਕਰਸ ਦਾ ਕੰਮ ਆ, ਉਹ ਪਾਲਿਸੀ ਮੇਕਰਸ ਦਾ ਕੰਮ ਆ। ਜਿਹੜੀ ਐਵਰੇਜ ਪਬਲਿਕ ਆ ਉਹਨਾਂ ਦੀ ਕੰਸੋਲੀਡੇਸ਼ਨ ਹੋ ਚੁੱਕੀ ਆ। ਜਿਹੜੇ ਦੋ ਕੰਮ ਮੇਨ ਰਹਿੰਦੇ ਨੇ, ਉਹ ਥਿੰਕਰਸ ਵਾਲਾ ਕੰਮ ਅਜੇ ਬਹੁਤ ਘੱਟ ਹੋ ਰਿਹਾ, ਤੇ ਜਿਹੜੇ ਇਨਸਾਈਡਰਸ ਨੇ, ਜਿਹੜੇ ਗਵਰਨਮੈਂਟ ਦੇ ਸਲਾਹਕਾਰਸ ਨੇ, ਉਹਨਾਂ ਦਾ ਬਹੁਤ ਵੱਡਾ ਰੋਲ ਆ ਜਿਹੜਾ ਉਹ ਇਸ ਵੇਲੇ ਨਹੀਂ ਪਲੇ ਕਰ ਪਾ ਰਹੇ ਨੇ ਕਿ ਗਵਰਨਮੈਂਟ ਕਿੰਨਾ ਕਰ ਸਕਦੀ ਹੈ। ਇਹ ਕੰਪਰੋਮਾਈਜ਼ ਹੁੰਦੇ ਨੇ ਤੇ ਪੰਜਾਬੀ ਸਿੱਖ ਸਾਈਕੀ ਨੂੰ ਜਿਹੜੇ ਸਮਝਦੇ ਨੇ, ਗਵਰਨਮੈਂਟ ਦੇ ਇਨਸਾਈਡ ਨੇ, ਉਹਨਾਂ ਦਾ ਬਣਦਾ ਕਿ ਜਾ ਕੇ ਇਹਨਾਂ ਚੀਜ਼ਾਂ ਵੱਲ ਆਪਣਾ ਜ਼ੋਰ ਲਵਾਉਣ ਕਿ ਪੰਜਾਬੀ ਸਿੱਖ ਸਾਈਕੀ ਨੂੰ ਜਿਹੜੇ ਸਮਝਦੇ ਨੇ, ਜਿਹੜੇ ਡਿਪਲੋਮੇਸੀ ਸਮਝਦੇ ਨੇ, ਜਿਹੜੇ ਲਾਜ਼ ਨੂੰ ਕਿਵੇਂ ਚੇਂਜ ਕਰਨਾ ਉਹ ਸਮਝਦੇ ਨੇ, ਉਹਨਾਂ ਨੂੰ ਚਾਹੀਦਾ ਕਿ ਸਰਕਾਰ ਨਾਲ ਬਹਿ ਕੇ ਲੈਂਡਿੰਗ ਈਅਰ ਲੈਂਡ ਮੋਦੀ ਤੇ ਸ਼ਾਹ ਦਾ, ਕਿਉਂਕਿ ਇਵੈਂਚੁਅਲੀ ਉਹੀ ਦੋ ਡਿਸੀਜਨ ਮੇਕਰਸ ਨੇ। ਕਮੇਟੀਆਂ ਵਗੈਰਾ ਬਣਨੀਆਂ ਸਭ ਹੌਗਵਾਸ਼ ਆ, ਤੁਹਾਨੂੰ ਵੀ ਪਤਾ ਹੈਗਾ। ਜੋ ਸੁਪਰੀਮ ਕੋਰਟ ਕਰ ਰਹੀ ਆ ਤੁਹਾਨੂੰ ਵੀ ਪਤਾ, ਪਿਛਲੇ ਸਟੇਟਮੈਂਟਸ ਦੇਖ ਲਓ ਉਹਨਾਂ ਨੇ ਕੀ ਕੀਤਾ। ਇਹ ਸਭ ਸਟੇ ਸੀਗਾ, ਸਟੇ ਦਾ ਕੋਈ ਮਤਲਬ ਹੀ ਨਹੀਂ ਹੁੰਦਾ। ਹੁਣ 4 ਜਣਿਆਂ ਦੀ ਕਮੇਟੀ ਬਣਾਈ, ਇੱਕ ਬੰਦੇ ਨੇ ਫਾਈਨਲੀ ਹਟ ਵੀ ਗਿਆ, ਉਹਨੂੰ 3 ਦਿਨ ਲੱਗ ਗਏ ਹਟਣ ਲਈ। ਡਿਸਕਸ਼ਨ ਤੇ ਹੈ ਕਿ 3 ਦਿਨ ਵੀ ਕਿਉਂ ਲੱਗੇ, ਡਿਸਕਸ਼ਨ ਇਹ ਨਹੀਂ ਕਿ ਇੱਕ ਹਟ ਗਿਆ ਹੈ ਨਾ, ਕਿਉਂਕਿ ਇਹ ਤਾਂ ਬੜਾ ਕਲੀਅਰ ਹੈਗਾ ਕੀ ਚੱਲ ਰਿਹਾ। ਸੋ ਇੱਥੇ ਥਿੰਕਰਸ ਦਾ ਰੋਲ ਬਹੁਤ ਜ਼ਬਰਦਸਤ ਹੈ ਜਿਹੜਾ ਪੂਰਾ ਕਰਨ ਦੀ ਲੋੜ ਆ ਕਿ ਵਾਟ ਕਮਸ ਨੈਕਸਟ। ਜੇ ਐਕਚੁਅਲੀ ਤੁਸੀਂ ਪੰਜਾਬ ਦੀ ਸਾਰੇ ਕਲਚਰ ਨੂੰ, ਸੋਸ਼ਲ ਫੈਬਰਿਕ ਨੂੰ ਚੇਂਜ ਕਰਨਾ, ਇੰਡੀਆ ਦੇ ਫਾਰਮ ਰਿਫਾਰਮ ਕਰਨੀ ਆ, ਜਿਵੇਂ ਬੰਦਾ ਬਹਾਦਰ ਨੇ ਰਿਫਾਰਮ ਨਹੀਂ ਕੀਤੀ ਸੀ, ਰੈਵੋਲੂਸ਼ਨ ਕ੍ਰੀਏਟ ਕਰਤਾ ਸੀ, ਇਦਾਂ ਹੀ ਲੈਂਡ ਤੇ ਫਾਰਮ ਤੇ ਲੇਬਰਰਸ ਦਾ ਰੈਵੋਲੂਸ਼ਨ ਕ੍ਰੀਏਟ ਕਰਨ ਦੀ ਲੋੜ ਆ, ਇਨ ਕੌਨਫੀਡੈਂਸ ਵਿਦ ਜਿਹੜੇ ਇਸ ਵੇਲੇ ਡਿਸਕਸ਼ਨਸ ਵਿੱਚ ਨੇ ਸਰਕਾਰ ਦੇ ਨਾਲ, ਪਲੱਸ ਜਿਹੜੇ ਨਹੀਂ ਵੀ ਡਿਸਕਸ਼ਨਸ ਦੇ ਵਿੱਚ, ਕਿਉਂਕਿ ਉਹਨਾਂ ਦੇ ਨੁਮਾਇੰਦੇ ਉਸ ਲੈਵਲ ਤੇ ਨਹੀਂ ਪਹੁੰਚ ਸਕੇ। ਦਿਸ ਇਜ਼ ਦ ਰੀਅਲ। ਇੱਕ ਇਹਦੇ ਵਿੱਚ ਸਰਦਾਰ ਹਰਿੰਦਰ ਸਿੰਘ ਜੀ ਗੱਲ ਦੇਖਣ ਵਾਲੀ ਹੈ, ਸਰਕਾਰ ਨੇ ਭਾਵੇਂ ਤਾਂ ਡਿਮੋਨਟਾਈਜੇਸ਼ਨ ਕੀਤੀ ਹੈ, ਭਾਵੇਂ CAA ਲਿਆਂਦਾ ਹੈ, ਭਾਵੇਂ ਧਾਰਾ 370 ਨੂੰ ਖਤਮ ਕੀਤਾ ਹੈ, ਉਹਨੇ ਕੋਈ ਵੀ ਉੱਥੇ ਦੀਆਂ ਸਰਕਾਰਾਂ ਨਾਲ ਡਾਇਲੋਗ ਨਹੀਂ ਕੀਤਾ, ਉੱਥੇ ਦੀਆਂ ਪਾਰਟੀਆਂ ਜਾਂ ਉੱਥੇ ਦੇ ਲੋਕਾਂ ਨਾਲ ਡਾਇਲੋਗ ਨਹੀਂ ਕਾਇਮ ਕੀਤਾ, ਬਲਕਿ ਰਾਤੋਂ ਰਾਤ ਹੁਕਮ ਜਾਰੀ ਕੀਤੇ ਨੇ, ਸਵੇਰੇ ਇੰਪਲੀਮੈਂਟੇਸ਼ਨ ਹੋ ਗਈ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਕਿਸਾਨ ਜਿਹੜੇ ਬਿੱਲ ਲਿਆਂਦੇ ਨੇ ਬਕਾਇਦਾ, ਭਾਵੇਂ ਉਹਨਾਂ ਨੇ ਸਿਸਟਮ ਦੇ ਵਿੱਚ ਲਿਆ ਕੇ ਇੱਕ ਆਰਡੀਨੈਂਸ ਦੇ ਰੂਪ ਦੇ ਵਿੱਚ ਲਿਆ ਕੇ ਰਾਸ਼ਟਰਪਤੀ ਤੋਂ ਸਾਈਨ ਕਰਵਾ ਕੇ ਤੇ ਇਹਨੂੰ ਇੰਪਲੀਮੈਂਟ ਕਰ ਦਿੱਤਾ, ਉਸੇ ਦਿਨ ਹੀ ਅੰਦੋਲਨ ਆਰੰਭ ਹੁੰਦਾ ਹੈ। ਇਸ ਅੰਦੋਲਨ ਦੇ ਵਿੱਚ 9ਵੀਂ ਮੀਟਿੰਗ ਕੱਲ੍ਹ ਹੋਣ ਜਾ ਰਹੀ ਹੈ। ਜਿਵੇਂ ਪਹਿਲਾਂ ਇਹਨਾਂ ਨੇ ਕਿਸੇ ਦੀ ਗੱਲ ਨਹੀਂ ਮੰਨੀ, ਹੁਣ ਵੀ ਵਾਰ-ਵਾਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਇਹ ਕਹਿ ਰਹੇ ਨੇ ਕਿ ਇਹਨਾਂ ਦੇ ਫਾਇਦੇ ਕਿੰਨੇ ਨੇ, ਤਾਂ ਬੜੇ ਥੋੜੇ ਜਿਹੇ ਭੋਰਾ ਕੁ ਕਿਸਾਨ ਨੇ ਜਿਹੜੇ ਇਹਦਾ ਵਿਰੋਧ ਕਰ ਰਹੇ ਨੇ, ਬਾਕੀ ਤਾਂ ਸਾਰੇ ਦੇ ਹੱਕ ਦੇ ਵਿੱਚ ਨੇ। ਤੁਹਾਨੂੰ ਕੀ ਲੱਗਦਾ ਹੈ ਨੀਅਰ ਫਿਊਚਰ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਸਰਕਾਰ ਲੱਗਦਾ ਹੈ ਕਿ ਇਸ ਦਬਾਅ ਦੇ ਥੱਲੇ ਆ ਕੇ ਵਾਪਸ ਲੈ ਲੇਗੀ ਜਾਂ ਫਿਰ ਜ਼ਬਰਦਸਤੀ ਜਾਂ ਧੱਕਾ ਕਰੇਗੀ, ਜੋ ਹਮੇਸ਼ਾ ਕਰਦੇ ਆਏ ਨੇ, ਜੇ ਸਰਕਾਰਾਂ ਦਾ ਕੰਮ ਹੈ? ਹਾਂਜੀ, ਸੋ ਦਿਸ ਇਜ਼ ਵੇਅਰ ਆਈ ਵਾਸ ਸੇਇੰਗ ਕਿ ਜਿਹੜੇ ਇਨਸਾਈਡਰਸ ਨੇ ਤੇ ਜਿਹੜੇ ਥਿੰਕਰਸ ਨੇ ਉਹਨਾਂ ਦਾ ਰੋਲ ਜ਼ਿਆਦਾ ਆ ਜਾਂਦਾ। ਲੋਕਾਂ ਨੇ ਆਪਣਾ ਰੋਲ ਅਦਾ ਕਰ ਰਹੇ ਨੇ, ਯੂਨੀਅਨਸ ਆਪਣਾ ਰੋਲ ਅਦਾ ਕਰ ਰਹੀ ਆ। ਕਿਉਂ ਮੈਂ ਕਹਿ ਰਿਹਾ, ਦੇਖੋ ਇਹ ਸਮਝਣਾ ਪੈਣਾ, ਜਿਸ ਕਿਸਮ ਦੀ ਸਰਕਾਰ ਨਾਲ ਇਹ ਟੱਕਰ ਲਈ ਗਈ ਆ, ਉਹ ਇਹੋ ਜਿਹੀ ਟੱਕਰ ਉਹਨੂੰ ਆਪਣੇ ਪੂਰੇ ਇਸ ਵੇਲੇ ਤੱਕਰ ਦੇ ਜਦ ਦੀ ਉਹ ਸਰਕਾਰ ਬਣੀ ਨਹੀਂ ਮਿਲੀ। ਇੱਥੋਂ ਅੰਦਾਜ਼ਾ ਲਾਓ ਕਿ ਕਿਉਂ ਇੰਨਾ ਸਟੇ ਤੇ ਡਿਲੇ ਚੱਲ ਰਿਹਾ, ਅਦਰਵਾਈਜ਼ ਤਾਂ ਧੱਕਾਸ਼ਾਹੀ ਕਰਕੇ ਸਭ ਕੁਝ ਹੋ ਜਾਂਦਾ ਸੀ। ਬਿਲਕੁਲ। ਸੋ ਉਹ ਵੀ ਇੱਕ ਜੈਮ ਦੇ ਵਿੱਚ ਨੇ। ਦਿਸ ਇਜ਼ ਵੇਅਰ ਡਿਸੀਜਨਸ ਗੈਟ ਮੇਡ। ਜਦ ਕੋਈ ਜੈਮ ਦੇ ਵਿੱਚ ਹੁੰਦਾ, ਤੁਹਾਨੂੰ ਕੁਝ ਸਿਸਟਮਸ ਬਣਾਉਣੇ ਪੈਂਦੇ ਨੇ ਜੀ, ਉਹ ਸਿਸਟਮਸ ਦੇ ਵਿੱਚ ਕੰਮ ਕਰਨ ਦੀ ਲੋੜ ਆ। ਸੋ ਕੀ ਸਰਕਾਰ ਕਰੂਗੀ ਕਿਸੇ ਨੂੰ ਨਹੀਂ ਪਤਾ ਜੀ, ਬਟ ਮੋਸਟ ਲਾਈਕਲੀ ਉਹਨਾਂ ਨੂੰ ਇਹ ਕੰਪਰੋਮਾਈਜ਼ ਤਾਂ ਕਰਨਾ ਹੀ ਪੈਣਾ।
ਬਟ ਕੰਪਰੋਮਾਈਜ਼ ਦੀਆਂ ਮੈਂ ਨੈਕਸਟ ਸਟੈਪਸ ਆਲਰੇਡੀ ਆਊਟਲਾਈਨ ਕਰਤੀਆਂ ਨੇ ਕਿ ਉਹਦੇ ਵਿੱਚ ਕੀ ਕੀ ਚਾਹੀਦਾ। ਉਹਦੇ ਵਿੱਚ ਹੋਰ ਗੱਲਾਂ ਵੀ ਬੜੀਆਂ ਚਾਹੀਦੀਆਂ ਨੇ, ਬਟ ਮੈਂ ਕੁਝ ਮੋਟੀਆਂ 7-8 ਗੱਲਾਂ ਕਹੀਆਂ ਨੇ ਜੀ। ਸੋ ਸਰਕਾਰ ਨੂੰ ਕਰਨਾ ਹੀ ਪਊ, ਇਹ ਲੈ ਕੇ ਚੱਲੋ। ਤੇ ਅਗਲਾ ਕੰਮ ਜੇ ਕਰੋਗੇ ਨਾ ਕਿ ਕਿਹੜੇ ਕੰਪਰੋਮਾਈਜ਼ ਤੇ ਕਿਹੜੇ ਡਿਵੈਲਪਮੈਂਟਸ ਤੇ ਕਿਹੜੇ ਰਿਫਾਰਮ ਚਾਹੀਦੀਆਂ ਨੇ, ਜੇ ਉਹ ਟੇਬਲ ਤੇ ਲਿਆ ਕੇ ਡਿਸਕਸ ਕਰਨੇ ਦਵੋਗੇ ਤਾਂ ਕੰਪਰੋਮਾਈਜ਼ ਕਰਨਾ ਸੌਖਾ ਹੋ ਜੂ। ਦੇਖੋ ਸਾਨੂੰ ਸਮਝਣਾ ਪੈਣਾ, ਇੱਕ ਜੇ ਕੋਈ ਇਸ ਲੈਵਲ ਤੇ ਅਨਕੰਟੈਸਟਡ ਲੀਡਰ ਬਣਿਆ ਹੁੰਦਾ ਹਿੰਦੁਸਤਾਨ ਦਾ, ਜਿਵੇਂ ਇਸ ਵੇਲੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਬਣੇ ਹੋਏ ਨੇ ਜੀ, ਉਹਨਾਂ ਨੇ ਵੀ ਆਪਣੀ ਫੇਸ ਸੇਵਿੰਗ ਕਰਨੀ ਆ ਨਾ, ਸਰਕਾਰ ਨੇ ਵੀ ਆਪਣੀ ਫੇਸ ਸੇਵਿੰਗ ਕਰਨੀ ਆ ਜੀ। ਉਸ ਤੋਂ ਇਲਾਵਾ ਜਿਹੜੀ ਰੀਅਲ ਪੋਲਿਟਿਕਸ ਆ, ਜਿੱਥੇ ਪੋਲਿਟੀਕਲ ਪਾਲਿਸੀ ਮੇਕਿੰਗ ਹੋਣੀ ਆ, ਉੱਥੇ ਕੰਪਰੋਮਾਈਜ਼ ਕਿਹੜੇ ਕਰਾਉਣੇ ਨੇ, ਕਿਹੜਾ ਪਹਿਲਾ ਕਦਮ ਆ, ਕਿਹੜੀਆਂ ਪਾਲਿਸੀ ਚੇਂਜਸ ਕਰਾਉਣੀਆਂ ਨੇ ਪੰਜਾਬ ਦੇ ਪ੍ਰਤੀ, ਸਿੱਖਾਂ ਦੇ ਪ੍ਰਤੀ, ਪੰਜਾਬ ਦੇ ਪਾਣੀਆਂ ਦੇ ਪ੍ਰਤੀ, ਉਹ ਗੱਲਾਂ ਵੀ ਇਹਦੇ ਵਿੱਚ ਲੈ ਕੇ ਆਓ। ਜਿਹੜਾ ਫੈਡਰਲਿਜ਼ਮ ਇੰਡੀਆ ਦੇ ਵਿੱਚ ਲੈ ਕੇ ਆਉਣਾ, ਦੇਖੋ 71 ਦੇ ਵਿੱਚ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਨੇ ਕਹਿਤਾ ਸੀ ਹਿੰਦੁਸਤਾਨ ਫੈਡਰਲ ਸਟਰਕਚਰ ਚਾਹੀਦਾ। ਪਿਛਲੇ 2 ਸਾਲਾਂ ਵਿੱਚ ਇੰਡੀਆ ਦੇ ਸੋਸ਼ਲ ਥਿੰਕਰਸ ਇਹ ਮੰਨ ਰਹੇ ਨੇ ਤੇ ਪੋਲੀਟੀਕਲ ਥਿੰਕਰਸ ਕਿ ਸਿੱਖ ਠੀਕ ਕਹਿੰਦੇ ਸੀ, ਮਤਲਬ ਅਸੀਂ 50 ਸਾਲ ਅੱਗੇ ਸੀਗੇ। ਉਹੀ ਜਿਹੀ ਵਿਜ਼ਨਸ ਨੂੰ ਇਸ ਕਨਵਰਸੇਸ਼ਨ ਵਿੱਚ ਲੈ ਕੇ ਆਓ। ਫਾਰਮ ਬਿੱਲ ਇੱਕ ਸਿਰਫ ਬਹਾਨਾ ਬਣਿਆ ਇਹ ਰਿਫਾਰਮ ਲੈ ਕੇ ਆਉਣ ਦਾ ਤੇ ਨੇਸ਼ਨ ਬਿਲਡਿੰਗ ਦਾ। ਇਸ ਬਹਾਨੇ ਨੂੰ ਕੈਪਚਰ ਕਰਨ ਲਈ, ਇਸ ਓਪਰਚੁਨਿਟੀ ਨੂੰ ਲਾਗੂ ਕਰਾਉਣ ਲਈ ਇਹ ਸਿਸਟਮਸ ਵੀ ਨਾਲ ਚਾਹੀਦੇ ਨੇ। ਸਿਰਫ ਇਹ ਨਾ ਦੇਖੋ ਕਿ ਮੋਦੀ ਕਰੂ ਕਿ ਨਹੀਂ, ਉਹਦੇ ਆਨਸਰਸ ਤਾਂ ਬੜੇ ਕਲੀਅਰ ਨੇ, ਤੁਸੀਂ ਆਪ ਹੀ ਕਹਤੇ ਨੇ ਜੀ। ਬਿਲਕੁਲ। ਬਟ ਜੇ ਕਰਵਾਉਣੇ ਨੇ ਤਾਂ ਕਿਹੜੇ ਇਸ਼ੂ ਤੇ ਹੁਣੇ ਕੰਮ ਕਰਨ ਦੀ ਲੋੜ ਆ, ਤਾਂ ਕਿ ਰਿਲੇਟਿਵਲੀ ਚੀਜ਼ਾਂ ਬੈਟਰ ਹੋ ਸਕਣ ਸਿੱਖਾਂ ਲਈ, ਪੰਜਾਬ ਲਈ ਤੇ ਹਿੰਦੁਸਤਾਨ ਦੇ ਲਈ। ਜੀ ਬਹੁਤ ਧੰਨਵਾਦ ਤੁਹਾਡਾ ਹਰਿੰਦਰ ਸਿੰਘ ਜੀ, ਬਹੁਤ ਹੀ ਵਧੀਆ ਅਹਿਮ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਤੇ ਚਾਹਾਂਗੇ ਕਿ ਆਉਣ ਵਾਲੇ ਸਮੇਂ 'ਚ ਵੀ ਜ਼ਰੂਰ ਸਾਨੂੰ ਤੁਸੀਂ ਹੋਰ ਸਮਾਂ ਦਿਓ ਤਾਂ ਕਿ ਅਸੀਂ ਤੁਹਾਡੇ ਨਾਲ ਹੋਰ ਗੱਲਾਂ ਕਰ ਸਕੀਏ। ਪਰ ਅੱਜ ਸਮਾਂ ਕਹਿ ਰਿਹਾ ਕਿ ਹੁਣ ਸਾਨੂੰ ਇਜਾਜ਼ਤ ਲੈਣੀ ਪੈਣੀ ਤੁਹਾਡੇ ਤੋਂ। ਸੋ ਧੰਨਵਾਦ ਜੀ ਤੁਹਾਡਾ, ਦਿਲੋਂ ਬਹੁਤ ਸਤਿਕਾਰ ਤੇ ਸਾਡੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ, ਬਹੁਤ ਧੰਨਵਾਦ ਜੀ। ਕੁਲਦੀਪ ਸਿੰਘ ਜੀ ਬਹੁਤ ਅਹਿਮ ਜਾਣਕਾਰੀ ਇਹਨਾਂ ਨੇ ਦਿੱਤੀ ਤੇ ਬੜੇ ਵਧੀਆ ਸੁਝਾਅ ਵੀ ਦਿੱਤੇ। ਜਿਹੜੀ ਗੱਲ ਕਹਿ ਕੇ ਗਿਆ ਨਾ, ਥਿੰਕਰ, ਕਿਉਂਕਿ ਸਾਡੀਆਂ ਜਿੰਨੀਆਂ ਮੀਟਿੰਗਾਂ ਅੱਜ ਤੱਕ ਹੋਈਆਂ ਨੇ ਜੀ, ਉਹਦੇ ਵਿੱਚ ਇੰਟੈਲੈਕਚੁਅਲ ਵਰਗ, ਇਕੋਨੋਮਿਸਟ ਨਹੀਂ ਗਏ, ਉਹਦੇ ਵਿੱਚ ਜਿਹੜੇ ਕਾਨੂੰਨ ਦੇ ਮਾਹਿਰ ਨੇ, ਐਕਸਪਰਟ ਨੇ, ਉਹ ਨਹੀਂ ਗਏ ਜੀ। ਜਿਹੜੀ ਬਹੁਤ ਵਧੀਆ ਗੱਲ ਸਰਦਾਰ ਹਰਿੰਦਰ ਸਿੰਘ ਹੁਣੀ ਕਹਿ ਕੇ ਗਏ ਨੇ ਕਿ ਸਾਨੂੰ ਜਿਹੜੇ ਥਿੰਕਰਸ ਨੇ ਜੀ, ਉਹ ਟੀਮ ਨਾਲ ਰੱਖਣੀ ਪੈਣੀ ਹੈ ਜਦੋਂ ਡਾਇਲੋਗ ਚੱਲ ਰਿਹਾ ਸਰਕਾਰ ਦੇ ਨਾਲ, ਕਿਉਂਕਿ ਸਰਕਾਰ ਆਪਣੇ ਥਿੰਕਰ ਨਾਲ ਲੈ ਕੇ ਆਉਂਦੀ ਹੈ। ਭਾਵੇਂ ਨਰਿੰਦਰ ਤੋਮਰ ਹੈ, ਪਿਊਸ਼ ਗੋਇਲ ਹੈ, ਜਾਂ ਸਾਡੇ ਪੰਜਾਬ ਦਾ ਇੱਕ ਮਿਨਿਸਟਰ ਹੈ, ਉਹਨਾਂ ਨੂੰ ਕੱਖ ਨਹੀਂ ਪਤਾ, ਪਰ ਪਿੱਛੇ ਉਹਨਾਂ ਦੇ ਬੜਾ ਵੱਡਾ ਬਿਊਰੋਕਰੈਟ, ਬੜਾ ਵੱਡਾ ਦਿਮਾਗ ਬੈਠਾ ਹੈ। ਕੀ ਸਾਡੇ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਥਿੰਕਰ ਦੀ, ਉਹਨਾਂ ਇੰਟੈਲੈਕਚੁਅਲ ਦੀ ਤੇ ਉਹਨਾਂ ਲਾਇਰਸ ਦੀ ਲੋੜ ਨਹੀਂ? ਯੈਸ। ਪਰ ਜਿਹੜੀ ਗੱਲ ਕਹਿ ਗਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚੋਂ ਇੱਕ ਰਾਜਨੀਤਿਕ ਵਿੰਗ ਨਿਕਲੇਗਾ ਜਿਹੜਾ ਪੰਜਾਬ ਦੀ ਦਿਸ਼ਾ ਸੁਧਾਰੇਗਾ। ਔਰ ਮੇਰਾ ਖਿਆਲ ਹੈ ਇਹਦੇ ਨਾਲ ਖਾਸ ਕਰਕੇ ਪੰਜਾਬੀਅਤ ਦਾ ਜਿਹੜਾ ਸਨੇਹ ਹੈ ਉਹ ਦੁਨੀਆ ਭਰ ਦੇ ਵਿੱਚ ਪਹੁੰਚਿਆ ਜ਼ਰੂਰ ਹੈ ਕਿ ਸਾਡਾ ਪੰਜਾਬੀਅਤ ਦਾ ਇਤਿਹਾਸ ਕੀ ਹੈ। ਮੇਰਾ ਖਿਆਲ ਹੈ ਵੀ ਬਹੁਤ ਵਧੀਆ ਜੀ। ਅੱਜ ਬੜੀ ਵਧੀਆ ਗੱਲਬਾਤ ਰਹੀ, ਪਰ ਹੁਣ ਸਾਡਾ ਸਮਾਂ ਹੋ ਗਿਆ ਜਾਣ ਦਾ ਤੇ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਇਹ ਸਨ ਸਾਡੇ ਨਾਲ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਜੀ ਤੇ ਇਸ ਤੋਂ ਪਹਿਲਾਂ ਸਾਡੇ ਨਾਲ ਜਸਵੀਰ ਸਿੰਘ ਪੱਟੀ ਹੁਣਾਂ ਨੇ ਅੰਮ੍ਰਿਤਸਰ ਤੋਂ ਸਾਂਝ ਪਾਈ ਤੇ ਹਰਿੰਦਰ ਸਿੰਘ ਜੀ ਹੁਣਾਂ ਨੇ USA ਤੋਂ ਬਹੁਤ ਹੀ ਅਹਿਮ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਖਬਰਸਾਰ ਬਿਹਾਈਂਡ ਦਾ ਨਿਊਜ਼ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਵਧੀਆ ਤੋਂ ਵਧੀਆ ਗੱਲਬਾਤ ਲੈ ਕੇ ਆਈਏ, ਖਬਰਾਂ ਲੈ ਕੇ ਆਈਏ ਤੇ ਉਹਨਾਂ ਦੇ ਪਿੱਛੇ ਲੁਕਿਆ ਹੋਇਆ ਸੱਚ ਤੁਹਾਡੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੀ ਕੋਸ਼ਿਸ਼ ਤੁਹਾਨੂੰ ਕਿਵੇਂ ਲੱਗਦੀ ਹੈ? ਫੀਡਬੈਕ ਜ਼ਰੂਰ ਦਿਆ ਕਰੋ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ। ਮੇਰੇ ਵੱਲੋਂ ਸਾਰਿਆਂ ਨੂੰ ਹੀ ਪਿਆਰ, ਸਤਿਕਾਰ, ਅਦਬ, ਸਹਿਤ, ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।